स्वागत है पीटीसी न्यूज़ ਦੇ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ ਵਿਚਾਰ ਤਕਰਾਰ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਹਰ ਰੋਜ਼ ਤਕਰੀਬਨ ਖਬਰਾਂ ਦੀਆਂ ਸੁਰਖੀਆਂ ਬਣਦੀਆਂ ਨੇ ਤੇ ਨਿਊਜ਼ ਚੈਨਲਾਂ ਦੀਆਂ ਹੈਡਲਾਈਨਸ ਬਣਦੀਆਂ ਨੇ ਕਿ ਛੋਟੇ-ਛੋਟੇ ਮਾਸੂਮ ਬੱਚੀਆਂ ਤੇ ਬੱਚੇ ਹੁਣ ਸੁਰੱਖਿਅਤ ਨਹੀਂ ਨੇ। ਨਾ ਸਕੂਲਾਂ ਦੇ ਵਿੱਚ, ਨਾ ਘਰਾਂ ਦੇ ਵਿੱਚ, ਨਾ ਗਲੀਆਂ ਦੇ ਵਿੱਚ, ਨਾ ਚੌਂਕਾਂ ਦੇ ਵਿੱਚ ਲਗਾਤਾਰ ਅਜਿਹੀਆਂ ਖਬਰਾਂ ਆਉਂਦੀਆਂ ਨੇ ਜੋ ਸਾਨੂੰ ਝੰਜੋੜ ਕੇ ਰੱਖ ਦਿੰਦੀਆਂ ਨੇ ਕਿ ਛੋਟੀਆਂ-ਛੋਟੀਆਂ ਬਾਲੜੀਆਂ ਦੇ ਨਾਲ ਜ਼ੁਲਮ ਹੁੰਦਾ ਹੈ ਔਰ ਉਹ ਸ਼ਿਕਾਰ ਬਣਦੀਆਂ ਨੇ ਉਹਨਾਂ ਹਾਫਜ਼ ਦੇ ਦਰਿੰਦਿਆਂ ਦੀ, ਜਿਨ੍ਹਾਂ ਦੀ ਗੱਲ ਕਰਨਾ ਵੀ ਅਸੀਂ ਸਮਝਦੇ ਹਾਂ ਕਿ ਸਮਾਜ ਦੇ ਵਿੱਚ ਇੱਕ ਬੁਰੀ ਪਿਰਤ ਵਰਗੀ ਬਣਦੀ ਜਾ ਰਹੀ ਹੈ। ਇਹਨਾਂ ਕੰਮਾਂ ਨੂੰ ਰੋਕਣ ਦੇ ਲਈ ਹਾਲਾਂਕਿ ਸਰਕਾਰ ਲਗਾਤਾਰ ਦਾਅਵੇ ਜ਼ਰੂਰ ਕਰਦੀ ਹੈ ਕਿ ਪੁਲਿਸ ਪ੍ਰਸ਼ਾਸਨ ਉਸੇ ਸੁਚੇਤ ਕੀਤਾ ਹੋਇਆ, ਪਰ ਲਗਾਤਾਰ ਅਜਿਹੀਆਂ ਘਟਨਾਵਾਂ ਆਉਂਦੀਆਂ ਨੇ ਜਿਨ੍ਹਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਕੇਂਦਰ ਸਰਕਾਰ ਨੇ ਇਸ ਦੇ ਮੁਤਾਬਕ ਜਿਹੜਾ ਕਾਨੂੰਨ ਬਣਾਇਆ ਹੈ ਉਸ ਨੂੰ ਹੋਰ ਸਖਤ ਕਰਨ ਦੀ ਗੱਲ ਕੀਤੀ ਹੈ ਕਿ ਕਾਨੂੰਨ ਦੇ ਵਿੱਚ ਸਖਤੀ ਇਹਨਾਂ ਚੀਜ਼ਾਂ ਨੂੰ, ਇਹਨਾਂ ਘਟਨਾਵਾਂ ਨੂੰ ਰੋਕ ਸਕਦੀ ਹੈ ਕਿ ਜੇਕਰ ਅਸੀਂ ਕਾਨੂੰਨ ਸਖਤ ਬਣਾ ਦੇਵਾਂਗੇ ਤਾਂ ਅਸੀਂ ਇਹ ਮੰਨ ਕੇ ਚੱਲੀਏ ਕਿ ਇਹ ਘਟਨਾਵਾਂ ਰੁਕ ਜਾਣਗੀਆਂ ਜਾਂ ਘੱਟ ਹੋ ਜਾਣਗੀਆਂ ਜਾਂ ਫਿਰ ਸਮਾਜ ਦੇ ਵਰਤਾਰੇ ਦੇ ਵਿੱਚ ਇੱਕ ਵੱਡਾ ਬਦਲਾਅ ਲਿਆਉਣ ਦੀ ਜ਼ਰੂਰਤ ਹੈ। ਇਸੇ ਤੇ ਵਿਚਾਰ ਚਰਚਾ ਲੈ ਕੇ ਹਾਜ਼ਰ ਹੋਏ ਹਾਂ। ਸਭ ਤੋਂ ਪਹਿਲਾਂ ਜਾਣ ਪਛਾਣ ਕਰਾ ਦਈਏ, ਫਿਰ ਅੱਗੇ ਵਧਦੇ ਹਾਂ। ਸਾਡੇ ਨਾਲ ਹਰਜਿੰਦਰ ਕੌਰ ਜੀ ਮੌਜੂਦ ਨੇ, ਚੇਅਰਪਰਸਨ ਨੇ ਚਾਈਲਡ ਰਾਈਟ ਕਮਿਸ਼ਨ ਦੇ। ਭੁਪਿੰਦਰ ਸਿੰਘ ਜੀ ਮੌਜੂਦ ਨੇ, ਸਾਬਕਾ ਡੀਜੀਪੀ ਨੇ ਵੈਸਟ ਬੰਗਾਲ ਦੇ। ਡਾਕਟਰ ਉਪਨੀਤ ਲਾਲੀ ਜੀ ਮੌਜੂਦ ਨੇ, ਡਿਪਟੀ ਡਾਇਰੈਕਟਰ ਨੇ ਇੰਸਟੀਚਿਊਟ ਆਫ ਕਰੈਕਸ਼ਨ ਐਡਮਿਨਿਸਟ੍ਰੇਸ਼ਨ ਦੇ। ਪ੍ਰੋਫੈਸਰ ਮਨਜੀਤ ਸਿੰਘ ਜੀ ਮੌਜੂਦ ਨੇ, ਸਿਆਸੀ ਮਾਹਰ ਨੇ। ਐਡਵੋਕੇਟ ਰੰਜਨ ਲਖਨਪਾਲ ਜੀ ਮੌਜੂਦ ਨੇ, ਸੀਨੀਅਰ ਵਕੀਲ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ। ਬਹੁਤ-ਬਹੁਤ ਸਵਾਗਤ ਹੈ ਸਾਰੇ ਮਹਿਮਾਨਾਂ ਦਾ। ਮੋਟਾ-ਮੋਟਾ ਲੋਕਾਂ ਨੂੰ ਥੋੜਾ ਜਿਹਾ ਦੱਸ ਦਈਏ ਦਰਸ਼ਕਾਂ ਨੂੰ ਕਿ ਜਿਹੜਾ ਪੋਕਸੋ ਕਾਨੂੰਨ ਹੈ ਉਹਦੇ ਵਿੱਚ ਸੋਧ ਕਰਨ ਦੀ ਗੱਲ ਕੀਤੀ ਗਈ ਸੀ। ਲੰਬੇ ਸਮੇਂ ਤੋਂ ਇਹ ਮੰਗ ਚੱਲ ਰਹੀ ਸੀ ਕਿ ਇਹਦੇ ਵਿੱਚ ਸੋਧ ਕੀਤੀ ਜਾਵੇ। ਕੁਝ ਸੋਧਾਂ ਇਹਦੇ ਵਿੱਚ ਕੀਤੀਆਂ ਗਈਆਂ ਨੇ, ਕਾਨੂੰਨ ਨੂੰ ਹੋਰ ਸਖਤ ਬਣਾਇਆ ਗਿਆ ਔਰ ਜੇਕਰ ਬੱਚਿਆਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਦੁਸ਼ਕਰਮ ਕੀਤਾ ਜਾਂਦਾ ਹੈ, ਬਲਾਤਕਾਰ ਵਰਗੀਆਂ ਘਟਨਾਵਾਂ ਆਉਂਦੀਆਂ ਨੇ ਤਾਂ ਹੁਣ ਸਜ਼ਾ ਫਾਂਸੀ ਤੱਕ ਵੀ ਹੋ ਸਕਦੀ ਹੈ, ਮੌਤ ਤੱਕ ਵੀ ਹੋ ਸਕਦੀ ਹੈ। ਅਜਿਹੇ ਕਾਨੂੰਨ ਸਖਤ ਬਣਾਉਣ ਦੀ ਚਿਰਾਂ ਤੋਂ ਮੰਗ ਸੀ ਕਿ ਇਹ ਕਾਨੂੰਨ ਸਖਤ ਕੀਤੇ ਜਾਣ। ਹੋ ਸਕਦਾ ਕਿ ਕਾਨੂੰਨ ਦੀ ਸਖਤੀ ਦੇ ਨਾਲ ਸ਼ਾਇਦ ਇਹਨਾਂ ਘਟਨਾਵਾਂ ਦੇ ਵਿੱਚ ਕੋਈ ਠੱਲ ਪੈ ਸਕੇ, ਪਰ ਲੱਗਦਾ ਨਹੀਂ ਕਿ ਕੁਝ ਹੋ ਸਕਦਾ ਕਿਉਂਕਿ ਹੁਣੇ ਇੱਕ ਘਟਨਾ ਹੁਣੇ ਟਾਂਡਾ ਦੇ ਵਿੱਚ ਆਈ ਹੈ। 2 ਪੁਲਿਸ ਮੁਲਾਜ਼ਮ, ਜੀਆਰਪੀ ਦੇ 2 ਪੁਲਿਸ ਮੁਲਾਜ਼ਮਾਂ ਨੇ ਪੁਲਿਸ ਚੌਂਕੀ ਦੇ ਅੰਦਰ ਇੱਕ ਨਾਬਾਲਗ ਨਾਲ ਰੇਪ ਕੀਤਾ। ਇੱਥੋਂ ਅੰਦਾਜ਼ਾ ਲਾ ਲਓ ਕਿ ਸਾਡਾ ਕਾਨੂੰਨ ਵਿਵਸਥਾ ਕਿੱਥੇ ਤੱਕ ਢਾਂਚਾ ਬੁਰੀ ਤਰ੍ਹਾਂ ਦੇ ਨਾਲ ਵਿਗੜ ਚੁੱਕਾ। ਹਰਜਿੰਦਰ ਕੌਰ ਜੀ, ਮੇਰਾ ਸਭ ਤੋਂ ਪਹਿਲਾ ਸਵਾਲ ਉਹੀ ਹੈ ਕਿ ਇਦਾਂ ਦੀਆਂ ਘਟਨਾਵਾਂ, ਬੱਚਿਆਂ ਨਾਲ ਹੋ ਰਹੇ ਜਿਨਸੀ ਸ਼ੋਸ਼ਣ ਨੂੰ ਰੋਕਣ ਦੇ ਲਈ ਜਿਹੜਾ ਕਾਨੂੰਨ ਹੋਂਦ ਦੇ ਵਿੱਚ ਹੈਗਾ ਉਸ ਨੂੰ ਹੋਰ ਸਖਤ ਬਣਾਇਆ ਗਿਆ, ਤੁਹਾਨੂੰ ਲੱਗਦਾ ਕਿ ਇਹਦੇ ਨਾਲ ਕੋਈ ਫਰਕ ਪਏਗਾ? ਇਹ ਬਹੁਤ ਜ਼ਰੂਰੀ ਹੋ ਗਿਆ ਸੀਗਾ। ਅਸੀਂ ਵੇਖ ਰਹੇ ਹਾਂ ਕਿ ਪਿਛਲੇ ਸਮੇਂ ਵਿੱਚ ਲਗਾਤਾਰ ਬੱਚਿਆਂ ਦੇ ਉੱਪਰ ਜਿਹੜਾ ਹੈਗਾ ਸੈਕਸ਼ੂਅਲ ਅਸੌਲਟ ਔਰ ਸੈਕਸ਼ੂਅਲ ਅਬਿਊਜ਼ ਜਿਹੜਾ ਬਹੁਤ ਵੱਧ ਰਿਹਾ ਸੀ ਔਰ ਉਹਦਾ ਕਾਰਨ ਇਹ ਹੈ ਕਿ ਪਹਿਲਾਂ ਤਾਂ ਪੋਕਸੋ ਐਕਟ 2012 ਦੀ ਬਹੁਤ ਸਾਰੇ ਲੋਕਾਂ ਨੂੰ ਜਾਣਕਾਰੀ ਹੀ ਨਹੀਂ ਹੈ, ਪੂਰੀ ਤਰ੍ਹਾਂ ਜਾਣਕਾਰੀ ਨਹੀਂ ਹੈ। ਦੂਜਾ, ਇਸ ਕਾਨੂੰਨ ਦੇ ਸਖਤ ਹੋਣ ਦੀ ਵੀ ਬਹੁਤ ਵੱਡੀ ਲੋੜ ਹੈ ਕਿਉਂਕਿ ਕਿਸੇ ਬੱਚੇ ਦੇ ਨਾਲ ਬਲਾਤਕਾਰ ਕਰਨਾ ਮੌਤ ਦੇ ਘਾਟ ਉਤਾਰਨ ਤੋਂ ਵੀ ਕਿਤੇ ਵੱਡੀ ਗੱਲ ਹੈ ਕਿਉਂਕਿ ਉਹਦੇ ਨਾਲ ਜਿਹੜੀਆਂ ਉਹਦੇ ਰੀਪਰਕਸ਼ਨਸ ਹੈਗੇ ਉਹ ਇੰਨੇ ਭਿਆਨਕ ਨੇ, ਖਤਰਨਾਕ ਨੇ ਕਿ ਜਿਨ੍ਹਾਂ ਲਈ ਜੇ ਤੁਸੀਂ ਅਰਬ ਕੰਟਰੀਜ਼ ਵੱਲ ਵੇਖੋਗੇ ਤੇ ਉੱਥੇ ਲੜਕੀਆਂ ਬਿਲਕੁਲ ਸੇਫ ਨੇ। ਕਿਉਂ ਸੇਫ ਨੇ ਕਿ ਉੱਥੇ ਕਾਨੂੰਨ ਇੰਨਾ ਸਖਤ ਹੈ ਕਿ ਹੁਣ ਅਪਰਾਧ ਹੋਇਆ ਤੇ 5 ਮਿੰਟਾਂ ਵਿੱਚ ਮੌਤ ਦੀ ਸਜ਼ਾ ਮਿਲ ਜਾਂਦੀ ਹੈ। ਔਰ ਮੈਨੂੰ ਲੱਗਦਾ ਹੈ ਕਿ ਇਸ ਵੇਲੇ ਬਹੁਤ ਜ਼ਰੂਰੀ ਹੋ ਗਿਆ ਸੀ। ਅਸੀਂ ਇਹਨੂੰ ਬਿਲਕੁਲ ਵੈਲਕਮ ਕਰਦੇ ਹਾਂ ਇਸ ਸਟੈਪ ਨੂੰ ਕਿ ਬਿਲਕੁਲ ਇਹ ਜਿਹੜਾ ਇੱਕ ਅਪਰਾਧ ਹੈ ਕਿਸੇ ਵੀ ਤਰ੍ਹਾਂ ਮਾਫ ਕਰਨ ਲਾਇਕ ਨਹੀਂ ਹੈ। ਔਰ ਜਦੋਂ ਅਸੀਂ ਪੰਜਾਬ ਦੀ ਧਰਤੀ ਤੇ ਬਹਿ ਕੇ ਗੱਲ ਕਰਦੇ ਹਾਂ, ਸਾਡਾ ਤੇ ਕਲਚਰ ਹੀ ਅਲੱਗ ਸੀ ਜਿਸ ਕਰਕੇ ਅਸੀਂ ਜਾਣੇ ਜਾਂਦੇ ਸੀਗੇ। ਅੱਜ ਸਾਨੂੰ ਬਹੁਤ ਸ਼ਰਮ ਆਉਂਦੀ ਹੈ ਕਿ ਮਨੁੱਖਤਾ ਇਸ ਹੱਦ ਤੱਕ ਥੱਲੇ ਡਿੱਗ ਗਈ ਹੈ ਤੇ ਫਿਰ ਕਾਨੂੰਨ ਸਭ ਤੋਂ ਪਹਿਲਾਂ ਇਹ ਫੰਡਾਮੈਂਟਲ ਰਾਈਟ ਜਿਹੜਾ ਹੈਗਾ ਇੱਕ ਬੱਚੇ ਦਾ, ਇੱਕ ਲੜਕੀ ਦਾ, ਉਹਨੂੰ ਦਿਵਾਉਣ ਦੇ ਲਈ ਇਹ ਕਦਮ ਚੁੱਕਣਾ ਮੈਨੂੰ ਲੱਗਦਾ ਹੈ ਬਹੁਤ ਜ਼ਿਆਦਾ ਵੈਲਕਮ ਸਟੈਪ ਹੈਗਾ। ਔਰ ਇਹਦੇ ਨਾਲ ਸੈਂਸਿਟਾਈਜੇਸ਼ਨ ਆਪਣੇ ਆਪ ਵਿੱਚ ਵੀ ਬਹੁਤ ਵੱਡਾ ਰੋਲ ਪਲੇ ਕਰੇਗੀ ਕਿ ਸਾਨੂੰ ਜਾਣੂ ਕਰਵਾਉਣ ਦੀ ਲੋੜ ਹੈ। ਮੈਂ ਤੁਹਾਨੂੰ ਇੱਥੇ ਦੱਸ ਦਿਆਂ ਕਿ ਹੁੰਦਾ ਕੀ ਹੈ, ਇਹ ਇੱਕ ਅਪਰਾਧ ਤੁਹਾਡੇ ਸਾਹਮਣੇ ਆਇਆ, ਅਸੀਂ ਕਹਿੰਦੇ ਇੰਨਾ ਘਿਨਾਉਣਾ ਅਪਰਾਧ, ਪਰ ਇਸੇ ਅਪਰਾਧ ਜਦੋਂ ਕਿਸੇ ਫੈਮਿਲੀ ਵਿੱਚ ਹੋ ਰਿਹਾ ਹੁੰਦਾ ਹੈ ਬਹੁਤ ਵਾਰੀ ਇਦਾਂ ਵੀ ਦੇਖਣ ਚ ਆਉਂਦਾ ਹੈ ਕਿ ਪੇਰੈਂਟਸ ਵੀ ਲੁਕਾ ਲੈਂਦੇ ਨੇ, ਜਦਕਿ ਕਾਨੂੰਨ ਇਹਦੇ ਬਾਰੇ ਬੜਾ ਕਲੀਅਰ ਹੈਗਾ ਕਿ ਵਿਦਿਨ 24 ਆਵਰਸ ਉਹਦੀ ਰਿਪੋਰਟਿੰਗ ਮਸਟ ਹੈ। ਜੇ ਕਿਸੇ ਅਣਜਾਣ ਬੰਦੇ ਨੂੰ, ਇਵਨ ਮੀਡੀਆ ਪਰਸਨ ਨੂੰ, ਕਿਸੇ ਹੋਰ ਨੂੰ ਵੀ ਪਤਾ ਲੱਗ ਜਾਏ ਉਹ ਇਹਨੂੰ ਛੁਪਾਉਂਦਾ ਤੇ ਉਹ ਵੀ ਸਜ਼ਾ ਦਾ ਭਾਗੀਦਾਰ ਬਣ ਸਕਦਾ ਹੈ। ਪਰ ਕਿਉਂਕਿ ਲੋਕ ਕਾਨੂੰਨ ਪ੍ਰਤੀ ਅਣਜਾਣ ਨੇ ਔਰ ਦੂਜਾ ਕਾਨੂੰਨ ਦੇ ਨਾਲ ਇਨਸਾਫ ਜਿੰਨੀ ਛੇਤੀ ਮਿਲੇ ਕਾਨੂੰਨ ਦੇ ਆਧਾਰਿਤ, ਉਹਦੇ ਨਾਲ ਹੀ ਇਹਦਾ ਇਫੈਕਟ ਵਧੇਗਾ। ਅੱਛਾ, ਮੈਂ ਇੱਕ ਹਰਜਿੰਦਰ ਕੌਰ ਜੀ ਗੱਲ ਤੁਹਾਡੇ ਨਾਲ ਐਡ ਆਨ ਕਰਨਾ ਚਾਹਨਾ। ਅਸੀਂ ਸਭ ਜਾਣਦੇ ਹਾਂ ਕਿ 302 ਦਾ ਜੇ ਪਰਚਾ ਦਰਜ ਹੁੰਦਾ ਹੈ ਤਾਂ ਅਸੀਂ ਕਹਿੰਦੇ ਹਾਂ ਕਿ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ, ਇਹ ਹੋਣਾ ਚਾਹੀਦਾ ਹੈ। ਸਭ ਨੂੰ ਪਤਾ ਹੈ ਕਿ ਕਤਲ ਵਰਗੀ ਘਿਨਾਉਣੀ ਵਾਰਦਾਤ ਜਦੋਂ ਅੰਜਾਮ ਦਿੱਤੀ ਜਾਂਦੀ ਹੈ ਤਾਂ ਸਜ਼ਾ ਬੜੀ ਵੱਡੀ ਹੈਗੀ ਹੈ, ਪਰ ਉਸ ਦੇ ਬਾਵਜੂਦ ਕਤਲ ਤਾਂ ਨਹੀਂ ਰੁਕ ਰਹੇ, ਅਪਰਾਧ ਤਾਂ ਨਹੀਂ ਰੁਕ ਰਹੇ। ਮੇਰੇ ਕਹਿਣ ਦਾ ਭਾਵ ਇਹ ਹੈ ਕਿ ਜੇ ਅਸੀਂ ਸਖਤ ਸਜ਼ਾ ਕਰ ਰਹੇ ਹਾਂ, ਕੀ ਤੁਹਾਨੂੰ ਲੱਗਦਾ ਹੈ ਕਿ ਜਿੰਨੇ ਅਪਰਾਧ ਕਰਨਾ ਉਹਨੂੰ ਕਿਸੇ ਤਰ੍ਹਾਂ ਦਾ ਡਰ ਪੈ ਹੁੰਦਾ ਇਹਨਾਂ ਗੱਲਾਂ ਦਾ? ਬਿਲਕੁਲ, ਗੱਲ ਇੱਥੇ ਹੀ ਖੜੀ ਹੈ। ਜਿੱਦਾਂ ਆਪਾਂ ਕਹਿੰਦੇ ਹਾਂ, ਫਰੇਜ਼ ਬੜਾ ਕਾਮਨ ਹੈ ਕਿ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। ਗੱਲ ਇੱਥੇ ਆ ਕੇ ਖੜੀ ਹੈ ਕਿ ਜੇ ਕਾਨੂੰਨ ਦੀ ਇੰਪਲੀਕੇਸ਼ਨ
ਉਨੀ ਸਟ੍ਰਿਕਟ ਹੋ ਜਾਵੇ, ਉਨੀ ਫਾਸਟ ਹੋ ਜਾਵੇ, ਫਿਰ ਡੈਫੀਨੇਟਲੀ ਇਹ ਇਫੈਕਟ ਕਰੂਗਾ। ਠੀਕ ਹੈ। ਭੁਪਿੰਦਰ ਸਿੰਘ ਜੀ, ਮੈਂ ਹੁਣੇ ਜਿਸ ਘਟਨਾ ਦਾ ਹਵਾਲਾ ਦਿੱਤਾ ਟਾਂਡਾ ਦੇ ਵਿੱਚ, ਹੁਣ ਤੋਂ 4-5 ਘੰਟੇ ਪਹਿਲਾਂ ਹੀ ਇਹ ਵਾਰਦਾਤ ਹੋਈ ਹੈ, ਜਿਨ੍ਹਾਂ ਨੇ ਸਾਡੀ ਰੱਖਿਆ ਕਰਨੀ ਹੈ, ਕਾਨੂੰਨ ਦੇ ਰਾਖੇ ਹੀ ਅਜਿਹੇ ਕੰਮ ਕਰਨ ਲੱਗ ਜਾਣ, ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਲਗਾਤਾਰ ਅਸੀਂ ਦੇਖ ਰਹੇ ਹਾਂ ਕਿ ਪੁਲਿਸ ਦੀ ਭੂਮਿਕਾ ਤੇ ਸਵਾਲ ਚੁੱਕੇ ਜਾਂਦੇ ਨੇ। ਇੱਥੇ ਤਾਂ ਪੁਲਿਸ ਖੁਦ ਇਨਵੋਲਵ ਹੈ ਡਾਇਰੈਕਟ ਤਰੀਕੇ ਨਾਲ, ਪਰ ਇਨਡਾਇਰੈਕਟ ਤਰੀਕੇ ਨਾਲ ਵੀ ਬੜੇ ਕੇਸਾਂ ਦੇ ਵਿੱਚ ਇਨਵੋਲਵ ਹੁੰਦੀ ਹੈ। ਪੁਲਿਸ ਵੀ ਲਗਾਤਾਰ ਇਹ ਕੋਸ਼ਿਸ਼ ਕਰਦੀ ਹੈ ਕਿ ਸਮਝੌਤੇ ਤੱਕ ਗੱਲ ਨਿਬੜ ਜਾਵੇ, ਕੇਸ ਬਾਹਰ ਨਾ ਆਵੇ, ਕੇਸ ਮੀਡੀਆ ਦੇ ਵਿੱਚ ਨਾ ਆਵੇ। ਬੜੀਆਂ ਘਟਨਾਵਾਂ ਅਜਿਹੀਆਂ ਹੋਈਆਂ ਨੇ। ਧੂਰੀ ਦਾ ਇੱਕ ਮਾਮਲਾ ਅਜਿਹਾ ਹੈਗਾ ਸੀਗਾ ਜਿੱਥੇ ਪੁਲਿਸ ਨੇ ਜਦੋਂ ਬੱਚੀ ਨੇ ਦੱਸਿਆ ਹੀ ਨਹੀਂ, ਬੱਚੀ ਨੇ ਜਦੋਂ ਦੱਸਿਆ ਤੇ ਪੁਲਿਸ ਨੇ ਲੁਕਾਉਣ ਦੀ ਕੋਸ਼ਿਸ਼ ਵੀ ਕੀਤੀ ਇਸ ਪੂਰੇ ਮਸਲੇ ਨੂੰ। ਤਾਂ ਤੁਹਾਨੂੰ ਲੱਗਦਾ ਨਹੀਂ ਕਿ ਜਿਵੇਂ ਇਸ ਸਾਰੇ ਮਸਲੇ ਦੇ ਵਿੱਚ ਇੱਕ ਅਹਿਮ ਰੋਲ ਪੁਲਿਸ ਦਾ ਹੋਣਾ ਚਾਹੀਦਾ ਹੈ, ਉਹ ਰੋਲ ਵੀ ਸ਼ੱਕੀ ਸੁਭਾਤ ਬਣਦਾ ਜਾ ਰਿਹਾ? ਹਰਪ੍ਰੀਤ ਜੀ, ਬਿਲਕੁਲ ਤੁਹਾਡੀ ਗੱਲ ਸਹੀ ਹੈ। ਇਹੋ ਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਹੋ ਰਹੀਆਂ ਸਾਰੇ ਪਾਸੇ ਹੀ, ਜਿਹਦੇ ਵਿੱਚ ਪੁਲਿਸਮੈਨ ਵੀ ਇਨਵੋਲਵਡ ਹੈਗੇ ਆ, ਹੋਰ ਜਿਹੜੇ ਲਾਅ ਇਨਫੋਰਸਮੈਂਟ ਏਜੰਸੀਜ਼ ਤੇ ਚਾਈਲਡ ਪ੍ਰੋਟੈਕਟਰਸ ਜਿਨ੍ਹਾਂ ਨੂੰ ਮੰਨਿਆ ਜਾਂਦਾ ਹੈ ਉਹ ਵੀ ਹੈਗੇ ਆ। ਹੁਣ ਤੁਸੀਂ ਬਿਹਾਰ ਵਿੱਚ ਵੀ ਦੇਖੋ, ਉੱਥੇ ਜਿਹੜੇ ਹੋਮਸ ਦੇ ਇੰਚਾਰਜ ਸੀਗੇ ਉਹਨਾਂ ਦੇ ਉੱਤੇ ਵੀ ਇਹੋ ਜਿਹੇ ਆਰੋਪ ਲਗਾਏ ਜਾ ਰਹੇ ਹਨ ਰੇਪ ਵਗੈਰਾ ਦੇ। ਤੇ ਇੱਕ ਮਤਲਬ ਕਿ ਇੱਕ ਸਿਸਟਮ ਜਿਹਾ ਇਹੋ ਜਿਹਾ ਬਣਿਆ ਹੋਇਆ ਸੀਗਾ, ਉਹ ਚੱਲ ਰਿਹਾ ਹੈਗਾ। ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਵੇਂ ਹੁਣ ਇਹਨਾਂ ਨੇ ਮਤਲਬ ਕਿ ਜਿਹੜੀ ਪਨਿਸ਼ਮੈਂਟ ਹੈਗੀ ਹੈ ਉਹ ਇਨਹਾਂਸ ਕਰਤੀ ਹੈ। ਕਈ ਕੈਟੇਗਰੀਜ਼ ਵਿੱਚ 10 ਸਾਲ ਤੋਂ 20 ਸਾਲ ਕਰਤੀ ਹੈ, ਕਈ ਕੈਟੇਗਰੀਜ਼ ਵਿੱਚ ਲਾਈਫ ਇੰਪ੍ਰਿਜ਼ਨਮੈਂਟ ਤੋਂ ਉਹਨਾਂ ਨੇ ਡੈਥ ਪੈਨਲਟੀ ਕਰ ਦਿੱਤੀ ਹੈ। ਤੇ ਇਸ ਤੋਂ ਉੱਪਰ ਨਹੀਂ ਹੋ ਸਕਦਾ। ਬਟ ਅਸਲੀ ਜਿਹੜਾ ਮੁੱਦਾ ਇਹ ਹੈ ਕਿ ਕਨਵਿਕਸ਼ਨ ਰੇਟ ਇਹਨਾਂ ਕੇਸਾਂ ਵਿੱਚ ਬਹੁਤ ਹੀ ਲੋ ਹੈ। ਅਗਰ ਮੈਂ NCRB ਦੀ ਇੱਕ ਮਤਲਬ ਕਿ ਕੋਟ ਕਰਾਂ ਫਿਗਰ, ਉਹ ਕਹਿ ਰਹੇ ਹੈ 3 ਸਾਲ ਪੁਰਾਣਾ ਜਿਹੜਾ ਉਹਨਾਂ ਦਾ ਹੈਗਾ ਸਟੈਟਿਸਟਿਕ, ਕਿ ਓਨਲੀ 3% ਆਫ ਦ ਕੇਸਿਸ ਹੈਵ ਬੀਨ ਕਨਵਿਕਟਡ। ਤੇ ਜਦੋਂ ਕੋਈ ਲੋਕ ਇਹੋ ਜਿਹਾ ਸੋਚਦਾ ਵੀ ਮੈਂ ਇਹ ਕੰਮ ਕਰਾਂ, ਉਦੋਂ ਫਿਰ ਉਹਨੂੰ ਇਹ ਨਹੀਂ ਸੋਚ ਹੁੰਦੀ ਬਈ ਮੈਂ ਹੁਣ ਇਹਦੀ ਮੈਂ ਕੀ ਸਜ਼ਾ ਮੈਨੂੰ ਭੁਗਤਣੀ ਪੈਣੀ ਹੈ। ਉਦੋਂ ਤਾਂ ਉਦੋਂ ਇੰਨਾ ਉਹਦੇ ਉੱਤੇ ਗੁਬਾਰ ਜਿਹਾ ਚੜਿਆ ਹੁੰਦਾ, ਉਸ ਵਕਤ ਕੋਈ ਸੋਚ ਤੋਂ ਇੱਕਦਮ ਬਾਹਰ ਹੁੰਦਾ। ਤਾਂ ਅੱਗੇ ਸਾਹਮਣੇ ਕੋਈ ਵਿਕਟਮ ਆ ਗਿਆ, ਫੜ ਕੇ ਜੋ ਵੀ ਕਰਨਾ ਕਰੋ, ਉਸ ਤੋਂ ਬਾਅਦ ਦੇਖੀ ਜਾਊਗੀ ਕੀ ਹੋਊਗਾ। ਤੇ ਆ ਜਿੰਨੀ ਦੇਰ ਥਾਈਂ ਸਾਡਾ, ਜਿਵੇਂ ਆਪਣੇ ਹਰਜਿੰਦਰ ਕੌਰ ਜੀ ਨੇ ਵੀ ਕਿਹਾ ਕਿ ਜਿਹੜੇ ਅਰਬ ਕੰਟਰੀਜ਼ ਵਿੱਚ ਕਿਉਂ ਇਹੋ ਜਿਹੇ ਮਤਲਬ ਕਿ ਮਸਲੇ ਨਹੀਂ, ਮਤਲਬ ਇਹੋ ਜਿਹੇ ਇਨਸੀਡੈਂਟਸ ਨਹੀਂ ਹੁੰਦੇ ਜਾਂ ਬਹੁਤ ਹੀ ਘੱਟ ਹੈਗੇ ਹੈ, ਕਿਉਂਕਿ ਇਮੀਡੀਏਟਲੀ ਜਿਹੜਾ ਕ੍ਰਿਮੀਨਲ ਜਸਟਿਸ ਸਿਸਟਮ ਹੈ ਉਹਦੇ ਰਾਹੀਂ ਕਿਸੇ ਨੂੰ ਜਿਹੜੇ ਅਕਿਊਜ਼ ਹੈਗੇ ਆ ਉਹਨਾਂ ਨੂੰ ਪਨਿਸ਼ਮੈਂਟ ਮਿਲਦੀ ਹੈ। ਸਾਡੇ ਇੱਥੇ ਤਾਂ ਚੱਲਦਾ ਬਹੁਤ ਹੀ ਚੱਲੀ ਜਾਊਗਾ, ਕੁਝ ਵੀ ਨਹੀਂ ਹੁੰਦਾ। ਤੇ ਇਹ ਜਿੰਨੀ ਦੇਰ ਤਾਈਂ ਕਨਵਿਕਸ਼ਨ ਰੇਟ, ਜਿੰਨੀ ਦੇਰ ਤਾਈਂ ਲੋਕਾਂ ਨੂੰ ਇਹ ਨਹੀਂ ਸਮਝ ਆਊਗੀ ਕਿ ਬਈ ਅਗਰ ਅਸੀਂ ਕੁਝ ਇਹੋ ਜਿਹਾ ਕੰਮ ਕਰਾਂਗੇ ਤੇ ਨਾਲ ਦੇ ਨਾਲ ਹੋਰ ਨਹੀਂ ਤਾਂ 6 ਮਹੀਨੇ ਦੇ ਅੰਦਰ ਸਾਨੂੰ ਮੌਤ ਦੀ ਸਜ਼ਾ ਮਿਲ ਜਾਣੀ ਹੈ। ਠੀਕ ਹੈ। ਰੰਜਨ ਲਖਨਪਾਲ ਜੀ, ਸਾਰੀ ਗੱਲ ਘੁੰਮ ਫਿਰ ਕੇ ਉਹੀ ਆ ਜਾਂਦੀ ਹੈ ਕਿ ਸਖਤ ਕਾਨੂੰਨ ਤਾਂ ਬਣ ਕੇ ਇੰਪਲੀਮੈਂਟ ਉਹ ਕਿਵੇਂ ਹੋਣੇ ਨੇ, ਉਸ ਤੋਂ ਬਾਅਦ ਮਾਮਲਾ ਅਦਾਲਤਾਂ ਦੇ ਵਿੱਚ ਘੁੰਮਦਾ ਰਹਿੰਦਾ ਹੈ, ਕਈ ਸਾਲ ਨਿਕਲ ਜਾਂਦੇ ਨੇ। ਜਿਵੇਂ ਇਹਨਾਂ ਨੇ 3% ਕਿਹਾ ਕਿ ਰੇਟ ਹੈਗਾ, ਫਿਰ ਅਜਿਹਾ ਲੱਗਦਾ ਨਹੀਂ ਹੈ ਕਿ ਜਿਵੇਂ ਜੇ ਸਾਨੂੰ ਮੌਕੇ ਤੇ ਜੇ ਸਾਰੀਆਂ ਚੀਜ਼ਾਂ ਨਹੀਂ ਹੋਈਆਂ ਤਾਂ ਜਿਹੜੇ ਹੌਸਲੇ ਨੇ ਅਪਰਾਧੀਆਂ ਦੇ ਇਸੇ ਕਰਕੇ ਵੱਧ ਜਾਂਦੇ ਨੇ? ਬਿਲਕੁਲ ਗੱਲ ਤੁਹਾਡੀ ਠੀਕ ਹੈ। ਔਰ ਮੈਂ ਸਮਝਦਾ ਕਿ ਜਿਹੜੀ ਟ੍ਰਾਇਲ ਹੈ ਪੋਕਸੋ ਦੇ ਅੰਡਰ ਜੀ, ਉਹ ਦੇ ਸ਼ੁੱਡ ਬੀ ਟਾਈਮ ਬਾਉਂਡ, ਵੀਕਸ ਟਾਈਮ ਔਰ 2 ਵੀਕਸ ਟਾਈਮ। ਜੇ ਅਸੀਂ ਇਹ ਪ੍ਰੋਵੀਜ਼ਨ ਰੱਖ ਦਈਏ ਟਾਈਮ ਬਾਉਂਡ ਕਰਨ ਦਾ, ਤੇ ਫਿਰ ਜਿਹੜੇ ਵਿਟਨੈਸਸ ਮੈਨੇਜ ਹੁੰਦੇ ਨੇ, ਜਿਹੜੇ ਅਕਿਊਜ਼ ਕਰਦੇ ਨੇ, ਉਹ ਉਹਨਾਂ ਨੂੰ ਟਾਈਮ ਹੀ ਨਹੀਂ ਮਿਲੇਗਾ। ਔਰ ਜੇ ਅਸੀਂ ਇਹ ਕੰਮ ਕਰਦੇ ਤਾਂ ਮੇਰਾ ਖਿਆਲ ਹੈ ਕਿ ਸਾਡਾ ਜਿਹੜਾ ਕਨਵਿਕਸ਼ਨ ਰੇਟ ਹੈ ਜੀ ਉਹ ਕਾਫੀ ਜ਼ਿਆਦਾ ਵੱਧ ਜਾਏਗਾ। ਔਰ ਜਿਹੜੀ ਗੱਲ ਹੈ ਹੈਗੀ, ਜਿਹੜਾ ਅਸੀਂ ਡੈਥ ਪਨਿਸ਼ਮੈਂਟ ਦੇ ਰਹੇ ਹਾਂ ਜੀ, ਜਿਹੜਾ ਅਸੀਂ ਪ੍ਰੋਵੀਜ਼ਨ ਰੱਖਿਆ ਹੁਣ ਐਡੀਸ਼ਨ ਕੀਤੀ ਹੈਗੀ ਹੈ ਅਮੈਂਡ ਕੀਤਾ ਲਾਅ ਨੂੰ, ਮੈਂ ਸਮਝਦਾ ਜੇ ਇੱਕ ਕੁੱਤਾ ਪਾਗਲ ਹੋ ਜਾਂਦਾ ਹੈਗਾ ਤੇ ਉਹ ਨਹੀਂ ਠੀਕ ਹੁੰਦਾ ਜਦ ਤੱਕ ਅਸੀਂ ਗੋਲੀ ਨਾ ਮਾਰਦੀ ਜਾਂ ਕੁਝ ਹੋਰ ਨਾ ਮਾਰਦੀ। ਤੇ ਮੈਂ ਸਮਝਦਾ ਜਿਹੜੀ ਐਗਰੀਵੇਟਿਡ ਫਾਰਮ ਆਫ ਅਸੌਲਟ ਹੈਗੀ ਹੈ, ਜਿਹਦੇ ਵਿੱਚ ਲੈਜਿਸਲੇਸ਼ਨ ਨਾਲ ਹੋਲਡ ਕੀਤਾ ਹੈ ਦੈਟ ਡੈਥ ਪਨਿਸ਼ਮੈਂਟ ਸ਼ੁਡ ਬੀ ਗਿਵਨ, ਉਹ ਬਿਲਕੁਲ ਠੀਕ ਹੈ। ਔਰ ਇਹਦਾ ਕੋਈ ਹੋਰ ਕੋਈ ਉਹਦਾ ਇਲਾਜ ਹੀ ਨਹੀਂ ਹੈ। ਅੱਛਾ ਲਖਨਪਾਲ ਜੀ, ਤੁਹਾਨੂੰ ਨਹੀਂ ਲੱਗਦਾ ਕਿ ਕੁਝ ਉਦਾਹਰਨਾਂ ਜਿਹੀਆਂ ਜ਼ਰੂਰ ਸੈੱਟ ਹੋਣੀਆਂ ਚਾਹੀਦੀਆਂ? ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਅਜਿਹੇ ਮਾਮਲੇ, ਚਲੋ ਪੰਜਾਬ ਦੀ ਉਦਾਹਰਨ ਲੈ ਲੈਂਦੇ ਹਾਂ, ਪਿਛਲੇ 6 ਮਹੀਨਿਆਂ ਦੇ ਵਿੱਚ ਵੱਡੀਆਂ ਵਾਰਦਾਤਾਂ, 6-7 ਵੱਡੀਆਂ ਵਾਰਦਾਤਾਂ ਬੱਚਿਆਂ ਦੇ ਨਾਲ ਹੋਈਆਂ ਨੇ। ਜਦੋਂ ਤੱਕ ਅਸੀਂ ਸਜ਼ਾ ਦੇ ਕੇ ਕੋਈ ਉਦਾਹਰਨ ਸੈੱਟ ਨਹੀਂ ਕਰਦੇ, ਤਦ ਤੱਕ ਲੱਗਦਾ ਕਿ ਕੋਈ ਡਰ ਪਿਆ ਹੋਣਾ ਹੀ ਨਹੀਂ ਹੈ ਦੋਸ਼ੀਆਂ ਦੇ ਵਿੱਚ। ਮੈਂ ਸਮਝਦਾ ਜੀ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਪੰਜਾਬ ਜਾਂ ਹਰਿਆਣਾ 'ਚ ਜਿਹੜੀਆਂ ਗੱਲਾਂ ਹੋਈਆਂ,
ਛੋਟੀਆਂ ਬੱਚਿਆਂ ਦੇ ਨਾਲ 2-2 3-3 4-4 ਬੰਦਿਆਂ ਨੇ ਇਹੋ ਜਿਹੇ ਕੰਮ ਕੀਤਾ ਤੇ ਜਦ ਤੱਕ ਅਸੀਂ ਕੁਇਕ ਡਿਸਪੋਜ਼ਲ ਆਫ ਕੇਸ ਨਹੀਂ ਕਰਦੇ ਔਰ ਨਾਲੋਂ ਨਾਲ ਅਸੀਂ ਇਹਨੂੰ ਹਾਈਲਾਈਟ ਨਹੀਂ ਕਰਦੇ ਪ੍ਰੈਸ ਦੇ ਵਿੱਚ ਜਾਂ ਮੀਡੀਆ ਦੇ ਵਿੱਚ ਤਾਂ ਕੋਈ ਅਸਰ ਹੋਣ ਨਹੀਂ ਵਾਲਾ। ਇਸ ਲਈ ਜ਼ਰੂਰੀ ਹੈ ਕਿ ਅਸੀਂ ਪਨਿਸ਼ਮੈਂਟ ਵੀ ਦਈਏ ਐਜ਼ ਕੁਇਕ ਐਜ਼ ਪੋਸੀਬਲ, ਨਾਲ ਉਹਨੂੰ ਅਸੀਂ ਹਾਈਲਾਈਟ ਵੀ ਕਰੀਏ ਔਰ ਹੋਰ ਵੀ ਐਜੂਕੇਸ਼ਨ ਫੀਲਡ ਦੇ ਵਿੱਚ ਬਾਕੀ ਵੀ ਜ਼ਿਆਦਾ ਪ੍ਰੋਪੇਗੈਂਡਾ ਕਰੀਏ, ਜੋ ਵੀ ਕਰੀਏ ਹਾਈਲਾਈਟ ਕਰੀਏ ਕਿ ਜਿਹੜਾ ਕੰਮ ਹੋ ਰਿਹਾ ਬਿਲਕੁਲ ਗਲਤ ਹੈ। ਇੱਕ ਮੋਰਲ ਸੈਟ ਗਰਾਊਂਡ ਜਿਹੜਾ ਹੈ ਅਸੀਂ ਬਣਾਈਏ ਤਾਂ ਕਿ ਲੋਕਾਂ ਨੂੰ ਕੁਛ ਜ਼ਿਆਦਾ ਪਤਾ ਲੱਗੇ। ਬਿਲਕੁਲ ਠੀਕ ਹੈ। ਸਾਡੇ ਨਾਲ ਉਪਨੀਤ ਲਾਲੀ ਜੀ ਵੀ ਮੌਜੂਦ ਨੇ। ਉਪਨੀਤ ਲਾਲੀ ਜੀ, ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਕਿ ਜਿਹੜੀਆਂ ਇਹ ਵਾਰਦਾਤਾਂ ਹੁੰਦੀਆਂ ਨੇ ਲਗਾਤਾਰ ਇਹਨਾਂ ਦੇ ਵਿੱਚ ਵਾਧਾ ਵੀ ਜਿਹੜਾ ਹੋਇਆ, ਕਿ ਅਸੀਂ ਮੰਨ ਕੇ ਚੱਲੀਏ ਕਿ ਬੱਚੇ ਜਿਹੜੇ ਸੌਫਟ ਟਾਰਗੇਟ ਹੁੰਦੇ ਨੇ, ਇਸੇ ਕਰਕੇ ਜਿਹੜੇ ਜਿਨ੍ਹਾਂ ਨੇ ਅਪਰਾਧ ਕਰਨਾ, ਜਿਹੜੇ ਮੁਲਜ਼ਮ ਨੇ, ਉਹ ਸਮਝਦੇ ਨੇ ਕਿ ਸ਼ਾਇਦ ਬੱਚੇ ਉਹ ਗੱਲ ਨਾ ਕਰ ਪਾਉਣ ਜੋ ਅਸੀਂ ਜੁਰਮ ਕਰਨ ਜਾ ਰਹੇ ਹਾਂ, ਉਹ ਗੱਲ ਬਾਹਰ ਨਾ ਆਵੇ, ਉਹ ਉੱਥੇ ਤੱਕ ਨਾ ਪਹੁੰਚੇ ਜਿੱਥੇ ਤੱਕ ਉਹ ਹੋਣੀ ਚਾਹੀਦੀ ਹੈ, ਇਸ ਲਈ ਉਹ ਸੌਫਟ ਟਾਰਗੇਟ ਕਰਕੇ ਬੱਚਿਆਂ ਨੂੰ ਟਾਰਗੇਟ ਬਣਾਇਆ ਜਾਂਦਾ। ਬੱਚੇ ਡੈਫੀਨਿਟਲੀ ਵਲਨਰੇਬਲ ਹੁੰਦੇ ਨੇ। ਹੁਣ ਜਿਵੇਂ 8 ਸਾਲ ਦੀ 8 ਮਹੀਨੇ ਦੀ ਬੱਚੀ ਜਾਂ ਲੜਕਾ, ਬਿਕੋਜ਼ ਇਹ ਐਕਟ ਜੈਂਡਰ ਨਿਊਟਰਲ ਐਕਟ ਹੈ, ਮੈਂ ਤੁਹਾਨੂੰ ਦੱਸਦਾ, ਇਹ ਕੇਵਲ ਲੜਕੀਆਂ ਲਈ ਨਹੀਂ, ਇਹ ਮੁੰਡਿਆਂ ਲਈ ਵੀ ਹੈ ਜੀ। ਤੇ ਜਿਹੜੇ ਛੋਟੇ ਬੱਚੇ ਹੈ, ਇੱਕ ਤੇ ਗੱਲ ਅਸੀਂ ਉਹਨਾਂ ਨੂੰ ਬਿਲੀਵ ਵੀ ਨਹੀਂ ਕਰਦੇ ਤੇ ਇੱਕ ਹੋਰ ਗੱਲ ਹੁੰਦੀ ਹੈ ਕਿ ਜਦੋਂ ਹੋ ਜਾਏ ਤੇ ਫਿਰ ਜਦ ਰਿਪੋਰਟ ਕਰਦੇ ਹੈ ਤੇ ਉਹਨਾਂ ਕੋਲ ਕਈ ਵਾਰੀ ਲੈਂਗੁਏਜ ਵੀ ਨਹੀਂ ਹੁੰਦੀ ਦੱਸਣ ਦੀ। ਐਂਡ ਆਈ ਥਿੰਕ ਇੱਕ ਤਾਂ ਅਸੀਂ ਕਾਨੂੰਨ ਬਣਾ ਰਹੇ ਹਾਂ ਨਾ, ਜਿਵੇਂ ਡੈਟਰੈਂਟ ਲਾਜ਼, ਬਟ ਇੱਕ ਮੇਨ ਫੋਕਸ ਪ੍ਰੀਵੈਂਸ਼ਨ ਤੇ ਵੀ ਚਾਹੀਦਾ ਹੈ। ਤੇ ਬੱਚਿਆਂ ਦੇ ਆਈ ਮੀਨ ਇਸ ਲਾਅ ਵਿੱਚ ਦਿੱਤਾ ਹੋਇਆ ਕਿ ਐਵੀਡੈਂਸ ਜਿਹੜੀ ਸਟੇਟਮੈਂਟ ਹੈ is to be given within 30 days and trial to be concluded within 1 year। 1 year ਜੀ। ਬਟ ਜੇ ਆਲ ਇੰਡੀਆ ਅਸੀਂ ਦੇਖਦੇ ਹਾਂ ਸਟੈਟਿਸਟਿਕਸ ਤੇ ਕਿਤੇ ਵੀ ਬਹੁਤ ਘੱਟ ਕੇਸਿਸ ਨੇ ਜਿੱਥੇ ਟ੍ਰਾਇਲ ਕੰਪਲੀਟ ਹੋਇਆ ਹੋਵੇ ਵਿਦਿਨ 1 ਈਅਰ। 1 ਸਾਲ ਦੇ ਵਿੱਚ ਜੀ ਜੀ। 1 ਸਾਲ ਦੇ ਵਿੱਚ ਇੱਕ ਗੱਲ ਹੋਰ ਉਪਨੀਤ ਜੀ, ਅੱਜ ਕੱਲ ਸੋਸ਼ਲ ਮੀਡੀਆ ਤੇ ਕੁਝ ਵੀਡੀਓ ਬੜੀਆਂ ਵਾਇਰਲ ਹੋਈਆਂ ਪਈਆਂ ਨੇ, ਉਹ ਉਦਾਹਰਨਾਂ ਲੈਂਦੇ ਨੇ ਚਾਈਨਾ ਦੀਆਂ, ਜਾਪਾਨ ਦੀਆਂ, ਕਿ ਛੋਟੇ ਛੋਟੇ ਬੱਚਿਆਂ ਨੂੰ ਇਹ ਸਿਖਾਇਆ ਜਾਂਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦੇ ਟੱਚ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਹੈ, ਜੇ ਕੋਈ ਅਜਿਹੀ ਕੋਈ ਗੱਲ ਹੋ ਜਾਂਦੀ ਹੈ ਤਾਂ ਤੁਸੀਂ ਕੀ ਕਰਨਾ ਹੈ। ਸਕੂਲਾਂ ਦੇ ਵਿੱਚ ਹੀ ਇਹਨਾਂ ਚੀਜ਼ਾਂ ਨੂੰ ਉੱਥੇ ਪੜ੍ਹਾਇਆ ਜਾਂਦਾ, ਬੱਚਿਆਂ ਨੂੰ ਦੱਸਿਆ ਜਾਂਦਾ ਔਰ ਵਾਰ-ਵਾਰ ਸੋਸ਼ਲ ਮੀਡੀਆ ਦੇ ਵਿੱਚ ਇਹ ਵਾਇਰਲ ਕੀਤਾ ਜਾਂਦਾ ਕਿ ਜੇ ਉਹਨਾਂ ਮੁਲਕਾਂ ਦੇ ਵਿੱਚ ਹੋ ਸਕਦਾ ਤਾਂ ਸਾਡੇ ਇੰਡੀਆ ਦੇ ਵਿੱਚ ਕਿਉਂ ਨਹੀਂ ਹੋ ਸਕਦਾ, ਸਾਡੇ ਭਾਰਤ ਦੇ ਵਿੱਚ ਕਿਉਂ ਨਹੀਂ ਹੋ ਸਕਦਾ। ਤੁਹਾਨੂੰ ਲੱਗਦਾ ਜੇਕਰ ਅਜਿਹਾ ਕੁਝ ਹੋਵੇ ਤਾਂ ਬੜਾ ਬਚਾਅ ਹੋ ਸਕਦਾ? ਬਿਲਕੁਲ ਸਹੀ ਹੈ। ਪ੍ਰੀਵੈਂਸ਼ਨ ਤੇ ਸਾਨੂੰ ਬਹੁਤ ਫੋਕਸ ਕਰਨਾ ਚਾਹੀਦਾ, ਜਿਸ ਤੇ ਅਸੀਂ ਬਿਲਕੁਲ ਬਹੁਤ ਘੱਟ ਹੈ ਹਲੇ ਐਮਫੈਸਿਸ। ਤੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਸਿਰਫ ਗੁੱਡ ਐਂਡ ਬੈਡ ਟੱਚ ਨਹੀਂ ਕਹਿੰਦੀ, there are certain confusing touches also। ਕਈ ਕਿਸਮ ਦੀ ਚੀਜ਼ਾਂ ਹੁੰਦੀਆਂ ਤੇ ਬੱਚਿਆਂ ਨੂੰ ਏਜ ਅਪਰੋਪਰੀਏਟ ਐਜੂਕੇਸ਼ਨ ਦੇਣੀ ਚਾਹੀਦੀ ਹੈ। ਤੇ ਨਾਲ ਦੀ ਨਾਲ ਬੱਚਿਆਂ ਨਾਲ ਗੱਲਬਾਤ ਕਰਨਾ, ਟੀਚਰਸ ਨੇ, ਕਾਉਂਸਲਰਸ ਨੇ, ਪੇਰੈਂਟਸ ਨੇ, ਬੜਾ ਜ਼ਰੂਰੀ ਹੈ ਕਿ ਉਹ ਉਹਨਾਂ ਲਈ ਬੱਚਾ ਉਹਨਾਂ ਨੂੰ ਦੱਸ ਸਕੇ ਕਿ ਕੁਝ ਹੋਇਆ। ਕਈ ਵਾਰੀ ਇਹੋ ਜਿਹੇ ਵੀ ਕੇਸਿਸ ਮੈਂ ਦੇਖਿਆ ਜਿੱਥੇ ਕਿ ਮਾਂ ਕਹਿੰਦੀ ਹੈ ਕਿ ਨਹੀਂ, ਇਹ ਨਹੀਂ ਕੋਈ ਹੋਇਆ, ਜਾਂ ਇਹ ਗੱਲ ਦੱਸਣੀ ਨਹੀਂ ਕਿਸੇ ਨੂੰ, ਚੁੱਪ ਹੋਣਾ ਹੈ। ਇਹ ਤਾਂ ਬੜੀ ਬੇਇੱਜ਼ਤੀ ਦੀ ਗੱਲ ਹੈ। ਜਾਂ ਕਈ ਵਾਰੀ ਜੈਸੇ ਚਾਈਲਡ ਸੈਕਸ਼ੂਅਲ ਅਬਿਊਜ਼ ਵਿਦਿਨ ਦਾ ਫੈਮਿਲੀ ਹੁੰਦਾ ਹੈ ਜੀ, ਤੇ ਉੱਥੇ ਕਹਿ ਦਿੰਦੇ ਕਿ ਬੱਚਾ ਚੁੱਪ ਰਹੇ, ਸ਼ਰਮਨਾਕ ਗੱਲ ਹੈ ਤੇ ਹੋਰ ਨਹੀਂ, ਅਸੀਂ ਕਿਸੇ ਨੂੰ ਨਹੀਂ ਦੱਸਣਾਗਾ। ਉਹ ਬੱਚੇ ਤੇ ਇੰਨਾ ਟਰਾਮਾ ਪੈਂਦਾ ਤੇ ਉਹ ਲਾਈਫ ਲੌਂਗ ਟਰਾਮਾ ਹੁੰਦਾ, ਬਿਕੋਜ਼ ਦ ਚਾਈਲਡ ਫੀਲਸ ਗਿਲਟੀ। ਤੇ ਇਹ ਵਾਲੇ ਚੀਜ਼ ਤੇ ਇਨਸੈਸਟ ਇਜ਼ ਵੈਰੀ ਕਾਮਨ। ਬਿਲਕੁਲ। ਜੇ ਗੱਲ ਸਿਰਫ ਸਖਤ ਕਾਨੂੰਨਾਂ ਤੇ ਪੁਲਿਸ ਤੇ ਨਹੀਂ ਛੱਡੀ ਜਾ ਸਕਦੀ, ਗੱਲ ਸਮਾਜ ਤੇ ਇੱਕ ਵੱਡੀ ਗੱਲ ਹੈਗੀ ਹੈ ਕਿ ਸਮਾਜ ਉਸ ਤਰੀਕੇ ਨੂੰ ਕਿਸ ਤਰ੍ਹਾਂ ਐਕਸੈਪਟ ਕਰਦਾ ਹੈ, ਪਰਿਵਾਰ ਕਿਸ ਤਰੀਕੇ ਦੇ ਨਾਲ ਉਸ ਨੂੰ ਐਕਸੈਪਟ ਕਰਦਾ ਹੈ। ਸਾਰੇ ਵੱਡੀਆਂ ਵੱਡੀਆਂ ਗੱਲਾਂ ਜ਼ਰੂਰ ਕਰਦੇ ਨੇ ਔਰ ਇਹ ਹੋਣਾ ਵੀ ਚਾਹੀਦਾ, ਪਰ ਖੁਦਾ ਨਾ ਖਾਸਤਾ ਜਦੋਂ ਕਿਸੇ ਦੇ ਪਰਿਵਾਰ ਦੇ ਵਿੱਚ ਅਜਿਹੀ ਕੋਈ ਗੱਲ ਹੁੰਦੀ ਹੈ, ਜੇਕਰ ਤੁਹਾਡਾ ਨਜ਼ਰੀਆ ਫਿਰ ਵੀ ਉਸੇ ਤਰ੍ਹਾਂ ਦਾ ਰਵੇ ਤਾਂ ਸ਼ਾਇਦ ਇਹ ਅਪਰਾਧ ਰੁਕ ਸਕਦਾ। ਪ੍ਰੋਫੈਸਰ ਮਨਜੀਤ ਸਿੰਘ ਜੀ, ਅਸੀਂ ਵਾਰ-ਵਾਰ ਗੱਲਾਂ ਕਰਦੇ ਹਾਂ ਕਿ US ਕੈਨੇਡਾ ਤੱਕ ਰੀਸ ਦੀਆਂ ਗੱਲਾਂ ਕਰਦੇ ਹਾਂ, ਉੱਥੇ ਬੱਚਿਆਂ ਦੀ ਇੰਪੋਰਟੈਂਸ ਜਾ ਕੇ ਦੇਖੀ ਜਾਵੇ ਤਾਂ ਸਾਨੂੰ ਸਮਝ ਆਉਂਦਾ ਕਿ ਉਹ ਬੱਚਿਆਂ ਨੂੰ ਰੱਬ ਦੇ ਵਾਂਗੂ ਪੂਜਦੇ ਨੇ ਜਾਂ ਬੱਚਿਆਂ ਦੀ ਸੁਰੱਖਿਆ ਰੱਬ ਦੇ ਵਾਂਗੂ ਕਰਦੇ ਨੇ। ਔਰ ਜਿੱਥੇ ਅਸੀਂ ਨਜ਼ਰ ਪਾਉਂਦੇ ਹਾਂ ਕਿ ਛੋਟੇ-ਛੋਟੇ 2-2 ਸਾਲ ਦੇ, 2 ਸਾਲ ਤਾਂ ਮੈਂ ਫਿਰ ਵੱਡਾ ਕਹਿ ਰਿਹਾ, ਸਾਡੇ ਕੋਲ ਖਬਰਾਂ 4-4 ਮਹੀਨੇ ਦੇ ਬੱਚਿਆਂ ਦੀਆਂ ਆਉਂਦੀਆਂ ਨੇ, 8-8 ਮਹੀਨੇ ਦੇ ਬੱਚਿਆਂ ਦੀਆਂ ਆਉਂਦੀਆਂ ਨੇ ਕਿ ਉਹ ਭੇਂਟ ਚੜ ਜਾਂਦੇ ਨੇ ਦਰਿੰਦਿਆਂ ਦੀ। ਅਜਿਹੇ ਦੇ ਵਿੱਚ ਜੇ ਬੱਚੇ ਹੀ ਸੇਫ ਨਹੀਂ ਤਾਂ ਫਿਰ ਬਾਕੀ ਤਾਂ ਰੱਬ ਹੀ ਰੱਖਾ। ਫਿਰ
ਦੇਖੋ ਸਭ ਤੋਂ ਪਹਿਲਾਂ ਇਹੋ ਜਿਹੇ ਕੇਸਾਂ 'ਚ ਗੱਲ ਇਹ ਆ, ਭਾਵੇਂ ਉਹ ਡਰੱਗ ਦਾ ਕੇਸ ਹੋਵੇ, ਭਾਵੇਂ ਉਹ ਇਸ ਕਿਸਮ ਦੀ ਸੈਕਸ਼ੂਅਲ ਅਬਿਊਜ਼ ਦਾ ਕੇਸ ਹੈ, ਆਪਾਂ ਨੂੰ ਇਹਨਾਂ ਨੂੰ ਮੰਨ ਕੇ ਚੱਲਣਾ ਚਾਹੀਦਾ ਕਿ ਇਹ ਸੋਸਾਇਟੀ ਵਿੱਚ ਹੈ। ਅਸੀਂ ਜਦ ਤੱਕ ਉਸ ਨੂੰ ਹਸ਼-ਹਸ਼ ਕਰਾਂਗੇ, ਛੁਪਾ ਕੇ ਰੱਖਾਂਗੇ, ਨਮੋਸ਼ੀ ਦਾ ਬਣਾਵਾਂਗੇ, ਇੱਜ਼ਤ ਦਾ ਮਾਮਲਾ ਬਣਾਵਾਂਗੇ, ਜਿਹੜਾ ਕਿ ਬਣਦਾ ਆ ਸਮਾਜ ਦੇ ਅੰਦਰ, ਔਰ ਉਸ ਨੂੰ ਜ਼ਿਆਦਾ ਧਾਰਮਿਕ ਓਰੀਐਂਟੇਸ਼ਨ ਦੇਵਾਂਗੇ, ਜਿਹੜੀ ਪ੍ਰੈਕਟੀਕਲ ਜ਼ਿੰਦਗੀ ਜਿਸ ਤਰ੍ਹਾਂ ਦੀ ਧਰਾਤਲ ਤੇ ਜੀ ਰਹੇ ਆ ਉਹਨੂੰ ਮੰਨ ਕੇ ਨਹੀਂ ਚੱਲਾਂਗੇ ਤੇ ਉਹ ਕਦੀ ਠੀਕ ਨਹੀਂ ਹੁੰਦੀ। ਜੇ ਜਿਹੜਾ ਪੇਸ਼ੈਂਟ ਉਹ ਮੰਨਦਾ ਹੀ ਨਹੀਂ ਆ ਕਿ ਮੈਂ ਬਿਮਾਰ ਹਾਂ ਤੇ ਉਹ ਬਿਮਾਰੀ ਠੀਕ ਕਿਵੇਂ ਹੋਊਗੀ? ਤੇ ਸਭ ਤੋਂ ਪਹਿਲੀ ਗੱਲ ਹੈ ਕਿ ਇਹ ਦੇਖੋ ਮੰਨਣ ਵਾਲੀ ਗੱਲ ਹੈ ਕਿ ਇਹ ਬਹੁਤ ਵੱਡੇ ਪੱਧਰ ਤੇ ਬਹੁਤ ਘੱਟ ਰਿਪੋਰਟ ਹੁੰਦਾ, ਔਰ ਫਿਰ ਵੀ ਕਾਫੀ ਜ਼ਿਆਦਾ ਹੈ। ਹੁਣ ਕਿਉਂਕਿ ਸੋਸ਼ਲ ਮੀਡੀਆ ਆ ਗਿਆ, ਹੋਰ ਕਈ ਕਿਸਮ ਦੇ ਸਾਧਨ ਆ ਗਏ ਤੇ ਇਹ ਚੀਜ਼ਾਂ ਹਾਈਲਾਈਟ ਵੀ ਹੋ ਰਹੀਆਂ। ਅਦਰਵਾਈਜ਼ ਇਹ ਹਮੇਸ਼ਾ ਸੋਸਾਇਟੀ 'ਚ, ਮੈਂ ਤੁਹਾਨੂੰ ਬਾਈ ਦਾ ਵੇ ਦੱਸ ਦਿਆਂ, ਭਾਵੇਂ ਸਵੀਡਨ ਹੈ, ਆਸਟ੍ਰੇਲੀਆ ਹੈ, ਭਾਵੇਂ ਅਮਰੀਕਾ ਆ, ਇਹ ਕੋਈ ਇਹਨਾਂ ਤੋਂ ਬਚਿਆ ਹੋਇਆ ਨਹੀਂ ਹੈ। ਜਿਹੜੀ ਚਾਈਲਡ ਸੈਕਸ਼ੂਅਲ ਅਬਿਊਜ਼ ਆ ਉਹ ਬੜੀ ਰੈਂਪੈਂਟ ਆ, ਉਹਨਾਂ ਜਗ੍ਹਾ ਤੇ ਵੀ ਬੜੀ ਹੈਗੀ ਆ। ਇਸ ਕਰਕੇ ਸਭ ਪਹਿਲੀ ਗੱਲ ਇਹ ਹੈ ਕਿ ਦੂਜੀ ਗੱਲ ਇਹਦੇ 'ਚੋਂ ਇਹ ਦੇਖਣ ਵਾਲੀ ਗੱਲ ਹੈ ਹਰਪ੍ਰੀਤ ਜੀ ਕਿ ਬਹੁਤੇ ਕੇਸ ਜਿਹੜੇ ਆ ਬਹੁਤੀ ਵੱਡੀ ਗਿਣਤੀ 'ਚੋਂ ਨੋਨ ਜਗ੍ਹਾ ਤੇ ਆ, ਭਾਵੇਂ ਉਹ ਫਰੈਂਡ ਹੋਣ, ਭਾਵੇਂ ਉਹ ਘਰ ਦੇ ਜੀ ਹੋਣ, ਭਾਵੇਂ ਕੋਈ ਸਕੂਲ ਦਾ ਟੀਚਰ ਹੋਏ, ਭਾਵੇਂ ਕੋਈ ਐਮਪਲਾਇਰ ਹੋਏ, ਭਾਵੇਂ ਕੋਈ ਇਹੋ ਜਿਹੇ ਹਾਲਾਤਾਂ 'ਚ ਉਹ ਜ਼ਿਆਦਾ ਜਿਹੜੀ ਇਹੋ ਜਿਹੀ ਅਬਿਊਜ਼ ਰੈਂਪੈਂਟ ਹੈ ਜੇ ਤੁਸੀਂ ਦੇਖੀ ਜਾਏ ਤੇ ਇਹਨਾਂ ਹਾਲਾਤਾਂ 'ਚ ਜ਼ਰੂਰੀ ਹੈ ਕਿ ਆਪਾਂ ਬੱਚਿਆਂ ਨੂੰ ਵੀ ਐਜੂਕੇਟ ਕਰੀਏ। ਜਿਵੇਂ ਪਹਿਲਾਂ ਵੀ ਗੱਲ ਆਈ ਹੈਗੀ, ਪੇਰੈਂਟਸ ਨੂੰ ਵੀ, ਸਾਰਿਆਂ ਨੂੰ ਇਸ ਕਿਸਮ ਦੀ ਜਿਹੜੀ ਇੱਕ ਸੋਸ਼ਲ ਅਵੇਅਰਨੈਸ। ਪਰ ਸਭ ਤੋਂ ਵੱਡੀ ਗੱਲ ਜਿਹੜੀ ਲਾਅ ਦੀ ਅਸੀਂ ਰਿਪਰੈਸਿਵ, ਕਿ ਜਿਸ ਤਰ੍ਹਾਂ ਮੈਡਮ ਹਰਜਿੰਦਰ ਕੌਰ ਜੀ ਕਹਿ ਰਹੇ ਹੈਗੇ ਆ ਕਿ ਦੇਖੋ ਜੀ ਉੱਥੇ ਅਰਬ ਕੰਟਰੀਆਂ 'ਚ ਇੰਝ ਹੁੰਦਾ, ਸਾਡੇ ਉਹ ਨਹੀਂ ਹੋ ਸਕਦਾ, ਨਹੀਂ ਹੁੰਦਾ ਕਿ ਆਈ ਫਾਰ ਆਈ ਇਸ ਤਰ੍ਹਾਂ ਦਾ। ਸਾਡੇ ਇੱਕ ਡੈਮੋਕ੍ਰੇਸੀ ਆ, ਜਸਟਿਸ ਦਾ ਇੱਕ ਡਿਫਰੈਂਟ ਸਿਸਟਮ ਆ, ਸਾਡੇ ਕੋਈ ਕਾਇਦਾ ਕਾਨੂੰਨ ਆ। ਕੱਲਾ ਕਾਨੂੰਨ ਨੂੰ ਹੋਰ ਸਖਤ ਕਰੀ ਜਾਣ ਨਾਲ ਕੋਈ ਬਹੁਤਾ ਫਰਕ ਨਹੀਂ ਪੈਣਾ। ਠੀਕ ਹੈ, ਡੈਟਰੈਂਸ ਤਾਂ ਹੋਊਗੀ ਜੇ ਕਾਨੂੰਨ ਛੇਤੀ ਉਹਨੂੰ ਲਾਗੂ ਵੀ ਹੋਵੇ, ਜਿਹੜਾ ਕਿ ਹੁੰਦਾ ਹੀ ਨਹੀਂ। ਸਾਡੇ ਤੇ ਇੰਨੇ ਕਿਸਮ ਦੀਆਂ ਕੰਪਲੀਕੇਸ਼ਨ ਹੈਗੀਆਂ ਕਿ ਉਹ ਵਿਟਨੈਸ ਚਾਹੀਦਾ, ਉਹ ਸਾਰਾ ਕੁਝ ਚਾਹੀਦਾ। ਉਹ ਇੰਨਾ ਲੰਮਾ ਪ੍ਰੋਸੈਸ ਹੈ ਕਿ ਉਹਦੇ 'ਚ ਆਮ ਬੰਦਾ ਤੇ ਉੱਥੇ ਤੱਕ ਪਹੁੰਚਦਾ ਨਹੀਂ, ਉਹ ਡਰਦਾ। ਕਿਉਂ ਨਹੀਂ ਲੋਕ ਦੱਸਦੇ? ਜਦੋਂ ਦੱਸਣਾ ਨਹੀਂ ਚਾਹੁੰਦੇ ਹਰਪ੍ਰੀਤ, ਬੜੀ ਸਾਫ਼ ਗੱਲ ਹੈ। ਮੰਨ ਲਓ 4 ਕੁੜੀਆਂ ਆ ਘਰ ਦੇ ਵਿੱਚ, ਜਾਂ ਰਿਸ਼ਤੇਦਾਰੀਆਂ ਸਾਡੀਆਂ ਫੈਮਿਲੀਜ਼ ਹੈਗੀਆਂ, ਉਹ ਇੱਕ ਦਾ ਜਦੋਂ ਪਤਾ ਲੱਗਦਾ ਬਾਕੀਆਂ ਦਾ ਵੀ ਨਹੀਂ ਵਿਆਹ ਹੁੰਦਾ। ਉਹਨਾਂ ਦੇ ਤੇ ਘਰ ਇਹੋ ਜਿਹੇ ਆ, ਉੱਥੇ ਤੇ ਆਹ ਹੋ ਗਿਆ, ਉਹ ਇੱਕ ਕਿਸਮ ਦਾ ਸਾਰੇ ਪਰਿਵਾਰ ਦਾ ਸਟੇਟਸ ਇਨ ਕੁਐਸਚਨ ਹੋ ਜਾਂਦਾ ਆ। ਉਹ ਤੇ ਕਿਤੇ ਇੱਕ ਡਾਈਵੋਰਸ ਕੋਈ ਘਰ ਦੇ ਵਿੱਚ ਕੁੜੀ ਹੋ ਜਾਏ, ਦੂਜੀਆਂ ਦਾ ਨਾਲ ਦਾ ਲੋਕ ਸੋਚਣ ਲੱਗ ਜਾਂਦੇ ਵੀ ਇਹ ਤੇ ਡਾਈਵੋਰਸ ਹੀ ਆ, ਕਿਤੇ ਦੂਜੇ ਵੀ ਨਾ ਜਾਂ ਹੁਣ ਕੋਈ ਘਰ ਦਾ ਇਹੋ ਜਿਹਾ ਮਾਹੌਲ ਹੋਣਾ। ਇਸ ਕਰਕੇ ਬਿਲਕੁਲ ਇਹਨਾਂ ਗੱਲਾਂ ਤੋਂ ਬਾਹਰ ਆਉਣ ਦੀ ਲੋੜ ਹੈ। ਪਹਿਲਾਂ ਤੇ ਪੇਰੈਂਟਸ ਨੂੰ ਵੀ ਐਜੂਕੇਟ ਕਰਨ ਦੀ ਲੋੜ ਹੈ, ਬੱਚਿਆਂ ਨੂੰ ਐਜੂਕੇਟ ਕਰਨ ਦੀ ਲੋੜ ਹੈ, ਤਾਂ ਕਿ ਲੋਕ ਇਸ ਗੱਲ ਨੂੰ ਹੈਂਡਲ ਕਿਵੇਂ ਕਰਨਾ। ਹੁਣੇ ਹੀ ਜਿਹੜੀ ਸਵਿਟਜ਼ਰਲੈਂਡ ਦੇ ਵਿੱਚ ਜਿਹੜੀ ਗੱਲ ਹੋਈ ਕਿ ਨਸ਼ੇ ਨਹੀਂ ਸੀ ਨਾ ਜਦੋਂ ਉੱਥੇ ਠੀਕ ਹੁੰਦੇ, ਉਹਨਾਂ ਨੇ ਪੂਰਾ ਜ਼ੋਰ ਲਾ ਲਿਆ। 84 ਲੱਖ ਦੀ ਸਾਰੀ ਪਾਪੂਲੇਸ਼ਨ ਹੈਗੀ ਹੈ ਸਵਿਸ ਦੀ, ਔਰ ਉਹ ਨਸ਼ੇ ਹੀ ਨਹੀਂ ਉਹਨਾਂ ਕੋਲ ਠੀਕ ਹੋਏ। ਉਹਨਾਂ ਨੇ ਹਾਰ ਕੇ ਮੰਨ ਲਿਆ ਕਿ ਸਾਡੇ ਕੋਲ ਠੀਕ ਨਹੀਂ। ਉਹਨਾਂ ਨੇ ਕਿ ਇੱਕ ਪਾਰਕ ਬਣਾਤੀ, ਉਹਦਾ ਨਾਂ ਰੱਖਤਾ ਨੀਡਲ ਪਾਰਕ, ਜਿਹੜਾ ਮਰਜ਼ੀ ਉੱਥੇ ਸਿਰਿੰਜ ਲਓ, ਜਿੰਨਾ ਮਰਜ਼ੀ ਨਸ਼ਾ ਲਓ, ਠੀਕ। ਅਲਟੀਮੇਟਲੀ ਉਹ ਠੀਕ ਕਰ ਗਏ। ਸਾਡਾ ਹਾਲ ਤਾਂ ਉਹੀ ਹੈ ਕਿ ਜਿਹੜੀਆਂ ਇਹੋ ਜਿਹੀਆਂ ਵੱਡੀਆਂ ਪ੍ਰੋਬਲਮ, ਜਸਟਿਸ ਵਰਮਾ ਆਇਆ ਉਦੋਂ, ਆਪਾਂ ਜਿਹੜਾ ਉੱਥੇ ਦਿੱਲੀ ਦੇ ਵਿੱਚ ਐਡਾ ਵੱਡਾ ਹੋਇਆ, ਕਿੰਨੀ ਮੂਵਮੈਂਟ ਹੋਈ ਸਾਰੀ, ਉਹਦੇ ਨਾਲ ਉਧਰੋਂ ਅਜੇ ਉਹ ਜਸਟਿਸ ਵਰਮਾ ਰਿਪੋਰਟ ਤਿਆਰ ਕਰ ਰਹੇ ਸੀ, ਕਾਨੂੰਨ ਨੂੰ ਸਖਤ ਕਰ ਰਹੇ ਸੀਗੇ, ਉਧਰੋਂ ਇਹੋ ਜਿਹੇ ਕੰਮ ਹੋਈ ਜਾ ਰਹੇ ਸੀਗੇ। ਬਿਲਕੁਲ ਤੁਸੀਂ ਠੀਕ ਕਹਿੰਦੇ ਆ, ਇਹ ਇੰਨਾ ਕੋਈ 1 to 1 ਨਹੀਂ ਹੈ ਕਿ ਤੁਸੀਂ ਫਾਂਸੀ ਦੇ ਦੋਗੇ ਤੇ ਬਿਲਕੁਲ ਫਿਰ ਇਹ ਠੀਕ ਹੋ ਜਾਊਗਾ। ਕਿਹਨੇ ਦੇਣੀ ਆ ਫਾਂਸੀ? ਕਿੱਥੇ ਕਨਵਿਕਸ਼ਨ 3% ਰੇਟ ਜੇ ਠੀਕ ਕਹਿ ਰਹੇ ਆ ਭਾਜੀ ਹੁਣੀ। ਇਸ ਕਰਕੇ ਮਲਟੀਪਲ ਅਪਰੋਚਸ ਲੈਣੀਆਂ ਪੈਣਗੀਆਂ ਸਾਨੂੰ ਐਜੂਕੇਸ਼ਨ। ਨਿੱਕੀ ਜਿਹੀ ਗੱਲ ਮੈਂ ਲਾਸਟ ਜ਼ਰੂਰ ਇਹ ਕਹਿਣੀ ਚਾਹੁੰਦਾ ਹਰਪ੍ਰੀਤ, ਸਾਡੇ ਜਿਹੜੇ ਜਿਨ੍ਹਾਂ ਦੇ ਹੱਥ 'ਚ ਅਸੀਂ ਸਮਾਜ ਫੜਾਇਆ ਹੋਇਆ ਪੋਲੀਟੀਸ਼ੀਅਨ ਆ, ਤੁਹਾਨੂੰ ਪਤਾ ਕਿ ਅਸੈਂਬਲੀ ਦੇ ਅੰਦਰ ਪੋਰਨੋ ਦੇਖਦੇ MLA ਇੱਥੇ ਤੁਸੀਂ ਮੀਡੀਆ ਦੇ ਉੱਤੇ ਦਿਖਾਏ ਸੀਗੇ। ਅੱਜ ਦੀ ਡੇਟ 'ਚ ਪਿਛਲੀ ਪਾਰਲੀਮੈਂਟ ਦੇ ਵਿੱਚ 34% ਇਹੋ ਜਿਹੇ ਕੇਸ ਸੀ, ਇਹੋ ਜਿਹੇ MP ਸੀ ਜਿਨ੍ਹਾਂ ਦੇ ਕ੍ਰਿਮੀਨਲ ਕੇਸ ਸੀ। ਇਸ ਵਾਰੀ ਜਿਹੜੇ ਗਏ ਆ ਉਹਨਾਂ ਦਾ ਜਿਹੜੀ ਪ੍ਰਪੋਰਸ਼ਨ ਵੱਧ ਕੇ 43% ਹੋ ਗਈ ਹੈ। ਕਿਤੇ ਨਾ ਕਿਤੇ ਅਸੀਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਹੱਥ ਅਸੀਂ ਵਾਗਡੋਰ ਸਮਾਜ ਨੂੰ ਸੰਭਾਲਣ ਦੀ, ਕਾਨੂੰਨ ਨੂੰ ਲਾਗੂ ਕਰਾਉਣ ਦੀ, ਜਿਹੜੇ ਓਵਰਆਲ ਸਾਡੇ ਸੁਪਰਵਾਈਜ਼ਰ ਹੈਗੇ ਆ, ਉਹਨਾਂ ਦੇ ਵਿੱਚ ਵੀ ਬੜੇ ਸੁਧਾਰ ਦੀ ਲੋੜ ਹੈ। ਜੇ ਉਹਨਾਂ 'ਚ ਸੈਂਸਿਟਿਵਿਟੀ ਹੋਏ ਕਿ ਅਸੀਂ ਕੁਝ ਠੀਕ ਕਰਨਾ, ਉਹ ਪੁਲਿਸ ਨੂੰ ਵੀ ਤਾੜਨਾ ਦੇਣ, ਉਹ ਬਿਊਰੋਕ੍ਰੇਸੀ ਨੂੰ ਵੀ ਤਾੜਨਾ ਦੇਣ, ਉਹ ਹੋਰਨਾਂ ਨੂੰ ਵੀ ਤਾੜ ਦੇਣ। ਜੇ ਉਹ ਹੀ ਨਹੀਂ ਹੈਗੀ ਤਾਂ ਫਿਰ ਇਸ ਚੀਜ਼ ਨੂੰ ਰੋਕ ਪਾਉਣਾ ਬੜਾ ਮੁਸ਼ਕਲ ਹੈ। ਠੀਕ ਹੈ, ਇੱਕ ਛੋਟੇ ਜਿਹੇ ਬ੍ਰੇਕ ਲਈ ਇੱਥੇ ਰੁਕ ਰਹੇ ਹਾਂ। ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਣੇ।
ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸਾਡੀ ਵਿਚਾਰ ਚਰਚਾ ਜਾਰੀ ਹੈ। ਹਰਜਿੰਦਰ ਕੌਰ ਜੀ, ਚਾਈਲਡ ਰਾਈਟ ਕਮਿਸ਼ਨ ਦੇ ਤੁਸੀਂ ਚੇਅਰਪਰਸਨ ਹੈਗੇ ਹੋ। ਅਕਸਰ ਹੀ ਇਹ ਦੇਖਣ ਦੇ ਵਿੱਚ ਆਉਂਦਾ ਹੈ ਕਿ ਜਦੋਂ ਵੀ ਜਿਹੜਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ, ਜਿਸ ਤਰ੍ਹਾਂ ਬੜੀਆਂ ਸਾਰੀਆਂ ਉਦਾਹਰਨਾਂ ਸੀ ਦਿੱਤੇ ਨੇ ਕਿ ਮਾਪੇ ਕੋਸ਼ਿਸ਼ ਕਰਦੇ ਨੇ ਕਿ ਉਸ ਪੂਰੇ ਮਸਲੇ ਨੂੰ ਪਹਿਲਾਂ ਤਾਂ ਛੁਪਾ ਕੇ ਰੱਖਿਆ ਜਾਵੇ। ਪਹਿਲਾਂ ਤਾਂ ਕਈ ਵਾਰੀ ਇਹ ਹੁੰਦਾ ਹੈ ਕਿ ਬੱਚਿਆਂ ਤੇ ਇਤਬਾਰ ਵੀ ਨਹੀਂ ਕੀਤਾ ਜਾਂਦਾ ਕਿ ਸ਼ਾਇਦ ਬੱਚੇ ਨੂੰ ਕੋਈ ਭੁਲੇਖਾ ਲੱਗ ਗਿਆ ਜਾਂ ਬੱਚੇ ਨੇ ਕੋਈ ਅਜਿਹੀ ਵੀ ਕੋਈ ਚੀਜ਼ ਦੇਖ ਲਈ ਹੈ ਤਾਂ ਕਰਕੇ ਜਿਹਾ ਕਹਿ ਰਿਹਾ। ਅਜਿਹੇ ਦੇ ਵਿੱਚ ਪਰਿਵਾਰ ਦੀ ਕਿੱਥੇ ਤੱਕ ਭੂਮਿਕਾ ਰਹਿੰਦੀ ਹੈ ਜਾਂ ਅਜਿਹਾ ਨਾ ਹੋਵੇ ਉਹਨਾਂ ਦੇ ਵਿੱਚ ਪਰਿਵਾਰ ਦੀ ਕੀ ਭੂਮਿਕਾ ਰਹਿ ਸਕਦੀ ਹੈ? ਡੈਫੀਨੇਟਲੀ ਪਰਿਵਾਰ ਦੀ ਭੂਮਿਕਾ ਇੱਥੇ ਬਹੁਤ ਅਹਿਮ ਹੈ ਤੇ ਇੱਥੇ ਸਾਨੂੰ ਟੋਟਲ ਸਿਸਟਮ ਨੂੰ ਸੈਂਸਿਟਾਈਜ਼ ਕਰਨ ਦੀ ਬਹੁਤ ਵੱਡੀ ਲੋੜ ਹੈਗੀ ਹੈ। ਪਿੱਛੇ ਜੇ ਚੰਡੀਗੜ੍ਹ ਵਿੱਚ ਇੱਕ ਕੇਸ ਹੋਇਆ ਔਰ ਬੜਾ ਅਨਫੋਰਚੂਨੇਟ ਹੈ। ਆਪਾਂ ਅਡਲਟਸ ਵੱਲੋਂ ਦੇਖਦੇ ਹਾਂ ਇੱਥੇ ਤਾਂ ਹੁਣ ਸੈਕਸ਼ੂਅਲ ਅਸੌਲਟ ਬੱਚਿਆਂ ਦਾ 7 ਸਾਲ ਦਾ ਬੱਚਾ 7ਵੀਂ ਕਲਾਸ ਦਾ ਬੱਚਾ ਇੱਕ ਨਰਸਰੀਜ਼ ਔਰ ਫਸਟ ਕਲਾਸ ਦੀ ਬੱਚੀ ਦਾ ਰੇਪ ਕਰ ਰਿਹਾ ਹੈਗਾ। ਔਰ ਉੱਥੇ ਹੈਰਾਨੀ ਦੀ ਇਹ ਗੱਲ ਹੈ ਕਿ ਉਹ ਬੱਚੀ ਜਦੋਂ ਘਰ ਆ ਕੇ ਉਹਨੂੰ ਕਿਸੇ ਤਰ੍ਹਾਂ ਦੀ ਉਹ ਦੱਸਦੀ ਹੈ, ਅਨਈਜ਼ੀਨੈਸ ਦੱਸਦੀ ਹੈ, ਉਹ ਮਦਰ ਨੂੰ ਪਤਾ ਨਹੀਂ ਹੈ। ਮਦਰ ਡਾਕਟਰ ਕੋਲ ਜਾ ਰਹੀ ਹੈ, ਲੋਕਲ ਡਾਕਟਰ ਕੋਲ ਜਾ ਰਹੀ ਹੈ, ਹਸਪੀਟਲ ਜਾ ਰਹੀ ਹੈ ਔਰ ਉਹਨੂੰ ਜਦੋਂ ਕੁਐਸਚਨ ਕੀਤਾ ਜਾ ਰਿਹਾ ਹੈ ਕਿ ਕੋਈ ਐਸੀ ਛੇੜਛਾੜ ਬੱਚੀ ਨਾਲ ਹੈ ਤੇ ਉਹ ਇਸ ਗੱਲ ਤੋਂ ਡਿਨਾਈ ਕਰਦੀ ਹੈ। ਉਹ ਕਹਿੰਦੀ ਹੈ ਕਿ ਮੈਨੂੰ ਪਤਾ ਹੀ ਨਹੀਂ। ਇਹ ਕਿੰਨੀ ਵੱਡੀ ਹੈਰਾਨੀ ਦੀ ਗੱਲ ਹੈ। ਚੰਡੀਗੜ੍ਹ ਦੇ ਵਿੱਚ 10 ਸਾਲ ਦੀ ਬੱਚੀ ਤੁਹਾਡੇ ਸਾਹਮਣੇ ਮਾਂ ਬਣੀ ਹੈ। ਇਹ ਕਿਸ ਤਰ੍ਹਾਂ ਮੰਨਣ ਦੀ ਗੱਲ ਹੈ ਕਿ ਪੇਰੈਂਟ ਦੀ ਇਗਨੋਰੈਂਸ ਲੈਵਲ ਇਹ ਹੈ ਕਿ ਬੱਚੇ ਦਾ ਬਿਹੇਵੀਅਰ ਚੇਂਜ ਨਹੀਂ ਤੁਹਾਨੂੰ ਨਜ਼ਰ ਆ ਰਿਹਾ ਔਰ ਵਿਦ ਇਨ ਫੈਮਿਲੀ ਬੱਚਾ ਜਿਹੜਾ ਉਹਦੀ ਐਕਸਪਲੋਇਟੇਸ਼ਨ ਹੋ ਰਹੀ ਹੈ ਔਰ ਉਹ ਕਿੰਨੀ ਦੇਰ ਤੋਂ ਹੋ ਰਹੀ ਹੈ ਔਰ ਇੱਕ ਨਹੀਂ ਉਹ ਦੋ ਬੰਦਿਆਂ ਦੁਬਾਰਾ ਹੋ ਰਹੀ ਸੀ। ਮਤਲਬ ਇਹ ਅੱਤ ਹੋ ਚੁੱਕੀ ਹੈ। ਔਰ ਮੈਂ ਤਾਂ ਜਦੋਂ ਤੋਂ ਕਮਿਸ਼ਨ 'ਚ ਆਈ ਹਾਂ, ਇਸ ਤੋਂ ਪਹਿਲਾਂ ਕਮਿਸ਼ਨ ਦਾ ਰੋਲ ਜ਼ਿਆਦਾ ਹੁੰਦਾ ਸੀ, ਸਮਨ ਕਰ ਲਓ, ਸੂ ਮੋਟੋ ਕਰ ਲਓ, ਲੇਕਿਨ ਮੈਂ ਪ੍ਰੀਵੈਂਟਿਵ ਮੈਜਰਸ ਤੇ ਜ਼ਿਆਦਾ ਜ਼ੋਰ ਸ਼ੁਰੂ ਕੀਤਾ ਔਰ ਅਸੀਂ ਮਾਸ ਲੈਵਲ ਤੇ ਟ੍ਰੇਨਿੰਗ ਪ੍ਰੋਗਰਾਮ ਹੁਣ ਸ਼ੁਰੂ ਕੀਤੇ ਹੋਏ ਆ। ਅਸੀਂ ਮੇਰੇ ਕੋਲ ਇਹ ਗਾਈਡ ਹੈਗੀ ਹੈ। ਅਸੀਂ ਰੀਸੈਂਟਲੀ ਚੰਡੀਗੜ੍ਹ ਦੇ ਸਾਰੇ ਪ੍ਰਿੰਸੀਪਲਸ ਦਾ ਕੈਪੈਸਿਟੀ ਬਿਲਡਿੰਗ ਪ੍ਰੋਗਰਾਮ ਇਸੇ ਲਈ ਕੀਤਾ, ਪੌਕਸੋ ਟ੍ਰੇਨਿੰਗ ਦੇ ਲਈ। ਉਹਨਾਂ ਨੂੰ ਡੂਜ਼ ਡੋਨਟਸ, ਉਹਨਾਂ ਨੂੰ ਮਿਨੀਮਮ ਸੇਮ ਵੀ ਅਸੀਂ ਬੱਚਿਆਂ ਦੇ ਲਈ ਗੁੱਡ ਟੱਚ, ਬੈਡ ਟੱਚ ਔਰ ਇਸ ਤੋਂ ਇਲਾਵਾ ਵੀ ਹਟ ਕੇ ਅਸੀਂ ਸਕੂਲਸ ਦੇ ਵਿੱਚ ਸੀਨੀਅਰ ਟੂ ਜੂਨੀਅਰ ਬੱਚਿਆਂ ਦਾ ਪੀਅਰ ਗਰੁੱਪਸ ਬਣਾ ਦਿੱਤੇ ਨੇ ਕਿ ਬੱਚਿਆਂ ਤੋਂ ਬੱਚਿਆਂ ਨੂੰ ਜਿਹੜਾ ਸੈਕਸ਼ੂਅਲ ਐਜੂਕੇਸ਼ਨ ਦਿੱਤੀ ਜਾਏ। ਅੱਜ ਵਰਲਡ ਵਾਈਡ ਬੱਚਿਆਂ ਨੂੰ ਦੱਸਿਆ ਜਾ ਰਿਹਾ ਹੈਗਾ ਕਿਉਂਕਿ ਬਹੁਤ ਜ਼ਰੂਰੀ ਹੈ ਕਿ ਪਹਿਲਾਂ ਤਾਂ ਬੱਚੇ ਨੂੰ ਪਤਾ ਹੋਵੇ, ਟੱਚ ਦੇ ਬਾਰੇ ਵੀ ਪਤਾ ਹੋਵੇ। ਸਾਡੀ ਬਦਕਿਸਮਤੀ ਇਹ ਹੈ ਕਿ ਅਸੀਂ ਬਹੁਤ ਦੇਰ ਨਾਲ ਜਾਗਦੇ ਹਾਂ। ਦੂਸਰੇ ਮੁਲਕਾਂ 'ਚ ਜਿੱਥੇ ਕਿਸੇ ਵੱਲ ਗਲਤ ਨਜ਼ਰ ਨਾਲ ਕਿਸੇ ਨੂੰ ਦੇਖਣਾ ਹੀ ਬਹੁਤ ਵੱਡਾ ਅਪਰਾਧ, ਗਾਲ ਕੱਢਣ ਤੋਂ ਵੱਧ ਸਮਝਦੇ, ਸਾਡੀਆਂ ਤੇ ਆਦਤਾਂ ਨੇ, ਅੱਜ ਵੀ ਆਦਤਾਂ ਨੇ। ਵੱਡੇ ਤੋਂ ਲੈ ਕੇ ਛੋਟੇ ਤੱਕ ਕੋਈ ਕੁੜੀ ਜਾਂਦੀ ਨਜ਼ਰ ਆਵੇ ਤੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਘਰ ਪਹੁੰਚਣ ਤੱਕ ਸਾਡੀ ਨਜ਼ਰ ਉਹਦਾ ਪਿੱਛਾ ਕਰਦੀ ਹੈ ਔਰ ਅਸੀਂ ਇਸ ਗੱਲ ਦਾ ਅਹਿਸਾਸ ਨਹੀਂ ਕਰਦੇ ਕਿ ਅਸੀਂ ਕਿੰਨਾ ਵੱਡਾ ਕ੍ਰਾਈਮ ਕਰ ਰਹੇ ਹਾਂ। ਮਤਲਬ ਸਾਡੀ ਮਾਨਸਿਕਤਾ ਕਿੱਥੇ ਖੜੀ ਹੈ, ਇਹ ਕਿੰਨੀ ਸ਼ੇਮਫੁਲ ਗੱਲ ਹੈ। ਇਹ ਬਹੁਤ ਜ਼ਿਆਦਾ ਔਰ ਇਹਦੇ ਲਈ ਦੋਨੋਂ ਪਾਸੇ ਫਿਰ ਹੁਣ ਕੰਮ ਕਰਨ ਦੀ ਲੋੜ ਹੈ। ਔਰ ਮੈਂ ਕਹੂੰਗੀ ਕਿ ਹੁਣ ਸਾਡਾ ਅਗਲਾ ਸਟੈਪ ਹੋਏਗਾ ਕਿ ਅਸੀਂ SMC ਸਕੂਲ ਮੈਨੇਜਮੈਂਟ ਕਮੇਟੀਜ਼ ਜਿਹਦੇ ਵਿੱਚ ਪੇਰੈਂਟਸ ਵੀ ਇਨਵੋਲਵ ਹੁੰਦੇ ਆ ਕਿਉਂਕਿ 100% ਮਾਸਸ ਵਿੱਚ ਪੇਰੈਂਟਸ ਨੂੰ ਲੈਣਾ ਸਾਡੇ ਲਈ ਸੰਭਵ ਨਹੀਂ। ਪਰ ਇਸ ਵੇਲੇ ਲੋੜ ਹੈ ਕਿ ਸਮਾਜ ਦੇ ਦੂਜੇ ਤੱਤ ਵੀ, NGOs ਹੈ, ਜਿਹੜੇ ਦੂਸਰੇ ਲੋਕ ਹੈ, ਸਾਰੇ ਅੱਗੇ ਆਉਣ। ਤੇ ਹੁਣ ਅਸੀਂ ਪੁਲਿਸ ਨਾਲ ਵੀ ਗੱਲ ਕਰ ਰਹੇ ਸੀ ਕਿ ਮੈਂ ਅੱਗੇ ਵੀ ਗੱਲ ਕਰਦੀ ਹੁੰਦੀ ਹਾਂ ਕਿ ਕਮਿਊਨਿਟੀ ਪੁਲਿਸਿੰਗ ਨੂੰ ਸਾਨੂੰ ਇਵੋਲਵ ਕਰਨਾ ਪਏਗਾ। ਕੱਲਾ ਕਾਨੂੰਨ ਕੁਝ ਨਹੀਂ ਕਰ ਪਾਏਗਾ। ਇੱਕ ਸਮਾਂ ਸੀ ਜਦੋਂ ਸਾਡੇ ਪਿੰਡਾਂ ਦੇ ਵਿੱਚ ਸੱਥ ਲੱਗਦੀ ਸੀ ਤੇ ਸਾਰੇ ਪਿੰਡ 'ਚ ਕੋਈ ਕ੍ਰਾਈਮ ਨਹੀਂ ਸੀ ਹੁੰਦਾ ਕਿਉਂਕਿ ਸਭ ਨੂੰ ਇਸ ਗੱਲ ਦਾ ਫਿਕਰ ਹੁੰਦਾ ਸੀ ਕਿ ਉਸ ਸੱਥ ਤੇ ਬੈਠੇ ਬਜ਼ੁਰਗ ਨੂੰ ਸਾਡੀ ਖਬਰ ਮਿਲ ਜਾਏਗੀ। ਅੱਜ ਘਰ ਘਰ CCTV ਕੈਮਰਾ ਹੈ। ਹੁਣ ਸਕੂਲਾਂ ਵਿੱਚ ਅਸੀਂ ਕਲਾਸਿਸ ਵਿੱਚ ਜਾ ਕੇ ਮੋਨੀਟਰ ਕਰਦੇ ਹਾਂ ਕਿ ਇੱਥੇ CCTV ਕੈਮਰਾ ਲੱਗਾ ਕਿ ਨਹੀਂ। ਉਹਦੇ ਲੱਗੇ ਹੋਣ ਦੇ ਬਾਵਜੂਦ ਵੀ ਕ੍ਰਾਈਮ ਹੋ ਰਿਹਾ ਹੈ। ਮਤਲਬ ਅਸੀਂ ਸੈਂਸਿਟਿਵ ਨਹੀਂ ਹੈ, ਅਸੀਂ ਰਿਸਪੌਂਸਿਬਿਲਿਟੀ ਛੱਡ ਦਿੱਤੀ ਹੋਈ ਹੈ ਔਰ ਰਿਸਪੌਂਸਿਬਿਲਿਟੀ ਟੌਪ ਟੂ ਬਾਟਮ, ਕੱਲਾ ਪੋਲੀਟੀਸ਼ੀਅਨ ਨਾ ਕਿ ਪੋਲੀਟੀਸ਼ੀਅਨ ਤੋਂ ਲੈ ਕੇ ਗਵਰਨਮੈਂਟ ਤੋਂ ਲੈ ਕੇ ਸਾਨੂੰ ਆਪ ਇੱਕ ਪੇਰੈਂਟ ਨੂੰ ਸਭ ਨੂੰ ਜਾਗਣਾ ਪਏਗਾ। ਔਰ ਜਿਹੜੇ ਇਨਸੈਸਟ ਦੀ ਗੱਲ ਅਸੀਂ ਕਰਦੇ ਆ, ਇਹ ਕਿੰਨੀ ਸ਼ਰਮ ਦੀ ਗੱਲ ਹੈ। ਮੈਨੂੰ ਲੱਗਦਾ ਕਿ ਹੁਣ ਸਮਾਂ ਆ ਗਿਆ ਕਿ ਸਾਨੂੰ ਖੁੱਲ ਕੇ ਗੱਲ ਕਰਨ ਦੀ ਲੋੜ। ਲੜਕੀ ਤੇ ਲੜਕੇ ਦੀ ਇੱਜ਼ਤ 'ਚ ਕੋਈ ਫਰਕ ਨਹੀਂ। ਇਸ ਐਕਟ ਨੇ ਤਾਂ ਬੜਾ ਕਲੀਅਰਲੀ ਡਿਫਾਈਨ ਕਰ ਦਿੱਤਾ। ਮਤਲਬ ਇਹਨੇ ਜੈਂਡਰ ਨਿਊਟਰਲ ਹੋ ਕੇ ਦੱਸ ਦਿੱਤਾ ਕਿ ਚਾਹੇ ਲੜਕਾ ਹੋਏ ਚਾਹੇ ਲੜਕੀ ਹੋਏ, ਕਾਨੂੰਨ ਅਪਰਾਧ ਹੈ ਉਹ ਅਪਰਾਧ ਵੀ ਇੱਕੋ ਹੀ ਹੈ। ਠੀਕ ਹੈ। ਔਰ ਅਸੀਂ ਜਦੋਂ ਗੱਲਾਂ ਕਰਦੇ ਹਾਂ ਕਿ ਹੁਣੇ ਗੁੜਗਾਉਂ ਦੇ ਵਿੱਚ ਰਿਆਨ ਇੰਟਰਨੈਸ਼ਨਲ ਸਕੂਲ ਵਰਗੇ ਏਡੇ ਵੱਡੇ ਸਕੂਲ ਦੇ ਵਿੱਚ ਜਦੋਂ ਅਸੀਂ ਇਹ ਮਾਪਦੰਡ ਕਰਦੇ ਹਾਂ ਕਿ ਸ਼ਾਇਦ ਛੋਟੇ ਸਕੂਲਾਂ ਦੇ ਵਿੱਚ, ਸਰਕਾਰੀ ਸਕੂਲਾਂ 'ਚ ਅਪਰਾਧ ਹੁੰਦਾ ਹੋਵੇਗਾ, ਜੇ ਰਿਆਨ ਇੰਟਰਨੈਸ਼ਨਲ ਪਬਲਿਕ ਸਕੂਲ ਵਰਗੇ ਸਕੂਲ ਦੇ ਵਿੱਚ ਇੱਕ ਬੱਚਾ 7ਵੀਂ 'ਚ ਪੜ੍ਹਦੇ ਬੱਚੇ ਨੂੰ ਸਕੂਲ ਦੇ ਵਿੱਚ ਹੀ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਤੁਸੀਂ ਅੰਦਾਜ਼ਾ ਲਾਓ ਕਿੱਥੇ ਤੁਹਾਡੇ CCTV ਕੈਮਰੇ ਕੰਮ ਕਰ ਰਹੇ ਨੇ ਤੇ ਕਿਤੇ ਤੁਸੀਂ ਵੱਡੀਆਂ ਇੰਟਰਨੈਸ਼ਨਲ ਗੱਲਾਂ ਕਰਦੇ ਹੋ। ਭੁਪਿੰਦਰ ਸਿੰਘ ਜੀ, ਮੈਂ ਗੱਲ ਫਿਰ ਪੁਲਿਸ ਦੇ ਰੋਲ ਤੇ ਕਰਾਂਗਾ।
ਅਪਰਾਧ ਜਿਸ ਤਰ੍ਹਾਂ ਦਾ ਵੀ ਮਰਜ਼ੀ ਹੋਵੇ ਉਹ ਸਾਰੇ ਨਿੰਦਣਯੋਗ ਹੈਗਾ ਤੇ ਉਹਦੇ ਤੇ ਕਾਰਵਾਈ ਵੀ ਹੋਣੀ ਚਾਹੀਦੀ ਹੈ। ਪਰ ਤੁਹਾਨੂੰ ਨਹੀਂ ਲੱਗਦਾ ਕਿ ਜਦੋਂ ਬੱਚਿਆਂ ਦੇ ਪ੍ਰਤੀ ਕਿਸੇ ਵੀ ਤਰ੍ਹਾਂ ਦਾ ਕੋਈ ਅਪਰਾਧ ਆਵੇ ਜਾਂ ਨਜ਼ਰ ਆਂਦਾ ਤਾਂ ਉਸ ਨੂੰ ਪੁਲਿਸ ਨੂੰ ਪਹਿਲ ਦੇ ਆਧਾਰ ਤੇ ਦੇਖਣਾ ਚਾਹੀਦਾ? ਕਿਉਂਕਿ ਬੜੀ ਵਾਰੀ ਸਾਡੇ ਕੋਲ ਸ਼ਿਕਾਇਤਾਂ ਇਹ ਆਉਂਦੀਆਂ ਕਿ ਪੁਲਿਸ ਦੇ ਕੋਲ ਸ਼ਿਕਾਇਤ ਕਰੀਦੀ ਹੈ, ਪੁਲਿਸ ਨੂੰ ਕੰਪਲੇਂਟ ਕਰੀਦੀ ਹੈ ਤੇ ਪੁਲਿਸ ਉਸ ਤਰ੍ਹਾਂ ਦਾ ਰਿਐਕਟ ਨਹੀਂ ਕਰਦੀ ਜਿਸ ਤਰ੍ਹਾਂ ਦਾ ਰਿਐਕਸ਼ਨ ਹੋਣਾ ਚਾਹੀਦਾ। ਘੱਟੋ ਘੱਟ ਬੱਚਿਆਂ ਦੇ ਮਾਮਲੇ ਦੇ ਵਿੱਚ ਪੁਲਿਸ ਦਾ ਰਿਐਕਸ਼ਨ ਆਮ ਕੇਸਾਂ ਦੇ ਨਾਲੋਂ 4 ਗੁਣਾ ਜ਼ਿਆਦਾ ਵੱਧ ਹੋਣਾ ਚਾਹੀਦਾ। ਹਰਪ੍ਰੀਤ ਜੀ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਇਹ ਪੁਲਿਸ ਵਾਸਤੇ ਜਿੰਨਾ ਮੇਰਾ ਐਕਸਪੀਰੀਅੰਸ ਹੈ ਬੜਾ ਲੋ ਪ੍ਰਾਇੋਰਟੀ ਵਰਕ ਹੈ, ਕਿਉਂਕਿ ਅੱਜ ਕੱਲ੍ਹ ਹੋਰ ਬੜੇ ਇਹੋ ਜਿਹੇ ਕੰਮ ਹੁੰਦੇ ਹੈ, ਲਾਅ ਐਂਡ ਆਰਡਰ, ਕੋਈ ਹੋਰ ਵੱਡਾ ਕ੍ਰਾਈਮ ਹੋ ਗਿਆ ਇੱਧਰ ਉੱਧਰ, ਤੇ ਪੁਲਿਸ ਦੀ ਜਿੰਨੀ ਸੰਖਿਆ ਹੈਗੀ ਹੈ ਪਾਪੂਲੇਸ਼ਨ ਦੇ ਹਿਸਾਬ ਨਾਲ ਉਹ ਬਹੁਤ ਘੱਟ ਹੈ। ਤੇ ਇਹ ਕੰਮ ਜਿਹੜਾ ਹੈਗਾ ਬਈ ਸਪੈਸ਼ਲੀ ਜਿਹੜੀ ਕੋਈ ਫੈਮਿਲੀ ਦੇ ਅੰਦਰ ਇਹੋ ਜਿਹੀ ਕੋਈ ਘਟਨਾ ਜੀ ਹੋਵੇ ਤੇ ਉਹਨੂੰ ਉਹੋ ਜੀ ਮਤਲਬ ਕਿ ਇੰਪੋਰਟੈਂਸ ਦਿੱਤੀ ਨਹੀਂ ਜਾਂਦੀ ਤੇ ਬਈ ਕਹਿੰਦੇ ਤੁਸੀਂ ਆਪ ਹੀ ਸਿਮਟ ਲਓ। ਉਹਨਾਂ ਦੀ ਹਮੇਸ਼ਾ ਇਹ ਕੋਸ਼ਿਸ਼ ਇਹੀ ਹੁੰਦੀ ਵੀ ਇਹ ਤਾਂ ਆਪਣਾ ਹੀ ਮਾਮਲਾ, ਤੁਸੀਂ ਆਪਸ ਵਿੱਚ ਹੀ ਕਰ ਲਓ ਤੇ ਠੀਕ ਰਹੇਗਾ। ਤੇ ਬਟ ਇਹ ਬਿਲਕੁਲ ਗਲਤ ਅਪਰੋਚ ਹੈਗੀ ਹੈ। ਮੈਂ ਜਦੋਂ ਡੀਜੀਪੀ ਸੀਗਾ, ਮੈਂ ਖਾਸ ਕਰਕੇ ਟ੍ਰੈਫਿਕਿੰਗ ਵਾਲੇ ਜਿਹੜੇ ਇਨਸੀਡੈਂਟਸ ਹੁੰਦੇ ਸੀਗੇ ਜਾਂ ਉਹਨਾਂ ਦੇ ਵਿਕਟਮਸ ਵਗੈਰਾ ਹੁੰਦੇ ਸੀਗੇ, ਮੈਂ ਹਰ ਇੱਕ ਆਪਣੇ ਕਈ ਮੀਟਿੰਗਸ ਮੈਂ ਕੀਤੀਆਂ ਔਰ ਹਰ ਇੱਕ ਜਿਹੜੇ SHOs ਜਾਂ ਹੋਰ ਪੁਲਿਸ ਆਫੀਸਰਸ ਵਗੈਰਾ ਹੁੰਦੇ ਸੀਗੇ ਉਹਨਾਂ ਨੂੰ ਤਾਂ ਇਹੀ ਐਮਫਸਾਈਜ਼ ਕੀਤਾ ਜਾਂਦਾ ਸੀਗਾ, ਮੈਂ ਕਿਹਾ ਇਹ ਜਿਹੜਾ ਕੰਮ ਹੈ ਇਹ ਤੁਹਾਨੂੰ ਆਪ ਹੀ ਕਰਨਾ ਪਏਗਾ। ਇਸ ਵਾਸਤੇ ਤੁਹਾਨੂੰ ਕਿਸੇ ਪੋਲੀਟੀਸ਼ੀਅਨ ਦੀ ਮਤਲਬ ਕਿ ਪਰਮਿਸ਼ਨ ਲੈਣ ਦੀ ਲੋੜ ਨਹੀਂ, ਕਿਸੇ ਸੁਪੀਰੀਅਰ ਦੀ ਪਰਮਿਸ਼ਨ ਲੈਣ ਦੀ ਲੋੜ ਨਹੀਂ। ਇਹ ਤੁਸੀਂ ਇਹੋ ਜਿਹਾ ਜਿਹੜਾ ਇੱਕ ਨੇਕ ਕੰਮ ਕਰੋਗੇ ਸੋਸਾਇਟੀ ਵਾਸਤੇ, ਉਹਦੇ ਨਾਲ ਤੁਹਾਡੀ ਵੀ ਇੱਜ਼ਤ ਵਧੇਗੀ ਤੇ ਨਾਲ ਮਹਿਕਮੇ ਦੀ ਵੀ ਇੱਜ਼ਤ ਵਧੇਗੀ ਤੇ ਨਾਲ ਸੋਸਾਇਟੀ ਵਿੱਚ ਵੀ ਇੱਕ ਇੰਪੈਕਟ ਹੋਏਗਾ। ਤੇ ਇਹ ਤੁਸੀਂ ਬਿਨਾਂ ਸੋਚੇ ਸਮਝੇ ਇਹ ਤੁਹਾਨੂੰ ਕਰਨਾ ਹੀ ਹੈ। ਬਟ ਇਹੋ ਜਿਹੀਆਂ ਗੱਲਾਂ ਕਰ ਕਰਕੇ ਕਿਤੇ ਹੱਦ ਤੱਕ ਤਾਂ ਬੰਦਾ ਪਹੁੰਚਦਾ ਹੈ, ਬਟ ਅਲਟੀਮੇਟਲੀ ਜੋ ਮਤਲਬ ਕਿ ਨਤੀਜਾ ਹਾਲੀ ਤੱਕ ਅਸੀਂ ਦੇਖਿਆ ਹੈਗਾ ਕਿ ਜਿਹੜੀ ਕਿਉਂਕਿ ਕਨਵਿਕਸ਼ਨ ਰੇਟ ਬੜਾ ਲੋ ਹੈਗਾ, ਇਹਦੇ ਬੜੇ ਹੀ ਕਾਰਨ ਹੈਗੇ ਹੈ। ਪਬਲਿਕ ਪ੍ਰੋਸੀਕਿਊਟਰਸ ਤੋਂ ਲੈ ਕੇ ਐਵੀਡੈਂਸ ਕਲੈਕਸ਼ਨ ਤੋਂ ਲੈ ਕੇ ਬੜੇ ਟਾਈਮ ਕੰਜ਼ਿਊਮਿੰਗ ਪ੍ਰੋਸੀਜਰਸ ਵਗੈਰਾ। ਹਾਲਾਂਕਿ ਤੁਸੀਂ ਅਗਰ ਦੇਖੋ ਪੌਕਸੋ ਜਿਹੜਾ 2012 ਵਿੱਚ ਇਹਨੂੰ ਲਾਗੂ ਕੀਤਾ ਗਿਆ, ਇਟ ਵਾਸ ਸਪੋਜ਼ਡ ਟੂ ਬੀ ਚਾਈਲਡ ਫ੍ਰੈਂਡਲੀ, ਮਤਲਬ ਕਿ ਹਰ ਇੱਕ ਸਟੈਪ ਉਹਦੇ ਉੱਤੇ ਚਾਈਲਡ ਫ੍ਰੈਂਡਲੀ ਬਣਾਇਆ ਗਿਆ ਸੀਗਾ। ਬਟ ਪ੍ਰੈਕਟੀਕਲੀ ਜੋ ਅਸੀਂ ਦੇਖ ਰਹੇ ਹਾਂ ਇਹ ਨਹੀਂ ਹੁੰਦਾ। ਤਾਂ ਇਸੇ ਕਰਕੇ ਜਿਹੜੀ ਉਹ ਮਤਲਬ ਕਿ ਟ੍ਰਾਇਲ ਤਾਂ ਬਾਅਦ ਹੀ ਹੈ, ਉਸ ਤੋਂ ਪਹਿਲੇ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਬੜੀ ਲੰਬੀ ਹੋ ਜਾਂਦੀ ਹੈ। ਫਿਰ ਜਿਹੜੇ ਕਈ ਬੱਚੇ ਹੁੰਦੇ ਹੈ ਉਹ ਹੌਸਟਾਈਲ ਹੋ ਜਾਂਦੇ ਹੈ, ਟਾਈਮ ਪੈ ਜਾਂਦਾ ਹੈ, ਅੰਡਰ ਪ੍ਰੈਸ਼ਰ ਆ ਜਾਂਦੇ ਹੈ। ਤੇ ਬਹੁਤ ਇਹੋ ਜਿਹੀਆਂ ਚੀਜ਼ਾਂ ਹੈਗੀਆਂ ਪ੍ਰੈਕਟੀਕਲ ਜਿਹੜੀਆਂ ਅਸੀਂ ਦੇਖਦੇ ਹਾਂ ਜਿਸ ਕਰਕੇ ਕਨਵਿਕਸ਼ਨ ਰੇਟ ਇੰਨਾ ਲੋ ਹੈ। ਜਿੰਨੀ ਦੇਰ ਤਾਈਂ ਅਸੀਂ ਸਾਰੇ ਇਹ ਕਨਵਿਕਸ਼ਨ ਰੇਟ ਨੂੰ ਮਤਲਬ ਕਿ ਘੱਟੋ ਘੱਟ 40 ਜਾਂ 50% ਦੇ ਉੱਤੇ ਨਹੀਂ ਆਪਣਾ ਟਾਰਗੇਟ ਬਣਾ ਕੇ ਲਿਆਂਦੇ, ਉਨੀ ਦੇਰ ਤਾਈਂ ਇਹ ਇੱਕ ਡਿਟੈਰੈਂਟ ਜਿਹਾ ਹੀ ਰਹਿ ਜਾਏਗਾ। ਬਈ ਹੁਣ ਲਾਈਫ ਇੰਪ੍ਰਿਜ਼ਨਮੈਂਟ ਤੋਂ ਫਾਂਸੀ ਹੋ ਜਾਊਗੀ, ਬਟ ਕਿਹਦੀ ਹੁੰਦੀ ਹੈ ਪੂਰੇ ਸਾਲ ਵਿੱਚ, ਪੂਰੇ ਹਿੰਦੁਸਤਾਨ ਵਿੱਚ ਮੇਰੇ ਖਿਆਲ 2 ਕਿ 4 ਫਾਂਸੀਆਂ ਹੁੰਦੀਆਂ ਤੇ ਉਹ ਬੰਦਾ ਕੋਈ ਪਰਵਾਹ ਨਹੀਂ ਕਰਦਾ। ਲਖਨਪਾਲ ਜੀ, ਮੈਂ ਇਹ ਜਾਣਨਾ ਚਾਹੁੰਦਾ ਜਿਵੇਂ ਪੋਕਸੋ ਕਾਨੂੰਨ ਜਿਨਸੀ ਸ਼ੋਸ਼ਣ ਬੱਚਿਆਂ ਦਾ ਹੁੰਦਾ ਉਸ ਲਈ ਬਣਾਇਆ ਗਿਆ, ਕੀ ਤੁਹਾਨੂੰ ਲੱਗਦਾ ਨਹੀਂ ਕਿ ਇਹਨਾਂ ਕੇਸਾਂ ਨੂੰ ਵੀ ਇੱਕ ਵੱਖਰੇ ਤੌਰ ਤੇ ਹੈਂਡਲ ਕਰਨਾ ਚਾਹੀਦਾ? ਫਾਸਟ ਟਰੈਕ ਕੋਰਟਸ ਦੀ ਅਸੀਂ ਜਦੋਂ ਵਾਰ-ਵਾਰ ਗੱਲ ਕਰਦੇ ਹਾਂ, ਕੀ ਆਮ ਕੇਸਾਂ ਵਰਗੇ ਇਹ ਕੇਸ ਲੈਣੇ ਚਾਹੀਦੇ ਨੇ ਜਾਂ ਇਹਨਾਂ ਕੇਸਾਂ ਨੂੰ ਇੱਕ ਵੱਖਰੀ ਸ਼੍ਰੇਣੀ ਬਣਾਉਣੀ ਚਾਹੀਦੀ ਹੈ ਕਿ ਜੇ ਇਦਾਂ ਦਾ ਕੋਈ ਮਾਮਲਾ ਹੁੰਦਾ ਹੈ ਤੇ ਇਹ ਫਾਸਟ ਟਰੈਕ ਕੋਰਟ ਦੇ ਰਾਹੀਂ ਹੋਣਾ ਚਾਹੀਦਾ? ਜਿਵੇਂ ਮੈਂ ਪਹਿਲਾਂ ਕਿਹਾ ਕਿ ਜੇ ਪੁਲਿਸ ਸਰਗਰਮ ਭੂਮਿਕਾ ਨਿਭਾਉਂਦੀ ਹੈ ਨਾ ਕੇਸਿਸ ਦੇ ਵਿੱਚ, ਤੇ ਉਸੇ ਤਰ੍ਹਾਂ ਦੀ ਨਿਆਂਪਾਲਿਕਾ ਨੂੰ ਵੀ ਸਰਗਰਮ ਭੂਮਿਕਾ ਦੀ ਲੋੜ ਹੈ। ਹੋ ਸਕਦਾ ਇਹ ਪੋਸੀਬਲ ਹੈ? ਤੁਹਾਡੀ ਗੱਲ ਬਿਲਕੁਲ ਠੀਕ ਹੈ। ਮੈਂ ਸਮਝਦਾ ਕਿ ਇੱਥੇ ਸਪੈਸ਼ਲ ਕੋਰਟਸ ਹੋਣੇ ਚਾਹੀਦੇ ਨੇ ਟੂ ਡੀਲ ਵਿਦ ਓਨਲੀ ਵਿਦ ਪੌਕਸੋ, ਤਾਂ ਕਿ ਜਿਹੜਾ ਕੇਸ ਪੌਕਸੋ ਦਾ ਆਉਂਦਾ ਹੈਗਾ ਵੀ ਜਿਵੇਂ ਮੈਂ ਪਹਿਲਾਂ ਕਿਹਾ ਵਿਦਨ ਇਸ ਦੇ ਸ਼ੁਡ ਬੀ ਟਾਈਮ ਬਾਉਂਡ ਕਿ ਹਫ਼ਤੇ ਜਾਂ 2 ਹਫ਼ਤੇ ਦੇ ਵਿੱਚ ਉਹਨੂੰ ਮੁਕਾਓ। ਔਰ ਇਹ ਮੁਕਾਉਣਾ ਕੋਈ ਮੁਸ਼ਕਿਲ ਕੰਮ ਨਹੀਂ ਹੈ। ਜਿਹੜੇ ਵਿਟਨੈਸਿਸ ਹੁੰਦੇ ਨੇ ਤੁਸੀਂ ਤਿਆਰ ਕਰੋ ਔਰ ਉਸ ਪੇਸ਼ ਕਰੋ and give time for cross examination। ਜੇ ਕੋਰਟ ਚਾਹੇ ਤਾਂ 2 ਹਫ਼ਤਿਆਂ ਦੇ ਵਿੱਚ ਆਰਾਮ ਨਾਲ ਕੇਸ ਮੁਕਾ ਸਕਦੇ। ਮਗਰ ਜੇ ਅਸੀਂ ਸਾਲ ਰਪਾ ਦਈਏ ਫਿਰ ਤਾਂ ਗੱਲ ਹੀ ਮੁੱਕੀ। ਵਿਟਨੈਸਿਸ ਆਰ ਵਨ ਓਵਰ, ਦੇ ਆਰ ਪ੍ਰੈਸ਼ਰਾਈਜ਼ਡ, ਲੋਕੀ ਇਨਵੈਸਟੀਗੇਸ਼ਨ ਪ੍ਰੋਪਰ ਨਹੀਂ ਹੁੰਦੀ ਹੈਗੀ ਹੈ। ਤੇ ਜੇ ਕਨਵਿਕਸ਼ਨ ਰੇਟ ਘੱਟ ਹੈ ਉਹ ਅਸੀਂ ਕਰਕੇ ਘੱਟ ਹੈ ਕਿਉਂਕਿ ਪਹਿਲਾਂ ਜ਼ਿਆਦਾ ਟਾਈਮ ਦੇ ਦਿੰਦੇ ਕੋਰਟ ਨੂੰ ਕਿ everything can be managed। give 2 weeks time and case should be over, punishment should be given।
ਅੱਛਾ ਲਖਨਪਾਲ ਸਾਹਿਬ, ਬੜੇ ਸਾਰੇ ਮਾਮਲੇ ਅਜੇ ਵੀ ਆਉਂਦੇ ਆ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜੇ ਮਾਮਲਾ ਲੰਬਾ ਖਿੱਚ ਜਾਂਦਾ ਤਾਂ ਬੜੀ ਵਾਰੀ ਅਸੀਂ ਦੇਖਦੇ ਹਾਂ ਕਿ ਮਾਪੇ ਵੀ ਥੋੜਾ ਜਿਹਾ ਜਿਸ ਤਰ੍ਹਾਂ ਦੇ ਨਾਲ ਜਦੋਂ ਇਹ ਘਟਨਾ ਹੋਈ ਹੁੰਦੀ ਹੈ ਤੇ ਟਾਈਮ ਪਾ ਕੇ ਜਿਵੇਂ ਜਿਵੇਂ ਇਹ ਘਟਨਾ ਪੁਰਾਣੀ ਹੁੰਦੀ ਜਾਂਦੀ ਹੈ ਤਾਂ ਸ਼ਾਇਦ ਉਹਨਾਂ ਦਾ ਮਾਈਂਡ ਵੀ ਬਦਲ ਜਾਂਦਾ, ਗੱਲ ਆ ਕੇ ਸਮਝੌਤਿਆਂ ਤੇ ਵੀ ਕਈ ਵਾਰ ਟਿਕ ਜਾਂਦੀ ਹੈ ਔਰ ਇਹ ਮਾਮਲੇ ਰਫਾ ਦਫਾ ਵੀ ਹੋ ਜਾਂਦੇ ਨੇ। ਤੁਹਾਨੂੰ ਲੱਗਦਾ ਹੈ ਕਿ ਇਹ ਵੀ ਇੱਕ ਕਾਰਨ ਹੈ ਕਿ ਜਦੋਂ ਮਾਮਲਾ ਲੰਬਾ ਖਿੱਚ ਜਾਂਦਾ ਤਾਂ ਮਾਪੇ ਵੀ ਥੋੜਾ ਜਿਹਾ ਹਰਾਸ਼ ਹੋ ਕੇ ਨਿਰਾਸ਼ ਹੋ ਕੇ ਘਰ ਬਹਿ ਜਾਂਦੇ ਨੇ? ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ। ਜਦੋਂ ਤੋਂ ਆਪਾਂ ਲੰਬਾ ਟਾਈਮ ਦੇ ਦਿੰਦੇ ਆ ਤੇ ਘਰ ਵਾਲੇ ਵੀ ਜਿਹੜੇ ਹੁੰਦੇ ਨੇ ਕੰਪਲੇਨੈਂਟ ਹੁੰਦੇ ਨੇ ਉਹ ਇੰਨੇ ਸੀਰੀਅਸ ਨਹੀਂ ਰਹਿੰਦੇ। ਦੂਜੀ ਗੱਲ, ਜਦੋਂ ਆਪਾਂ ਦਾ ਟਾਈਮ ਦੇ ਦਿੰਦੇ ਆ ਫਿਰ ਜਿਹੜਾ ਅਕਿਊਜ਼ ਪਾਰਟੀ ਹੈਗੀ ਹੈ ਉਹ ਪ੍ਰੈਸ਼ਰ ਪਾਉਣ 'ਚ ਕਾਮਯਾਬ ਹੋ ਜਾਂਦੀ ਹੈ। ਫਿਰ ਘਰ ਵਾਲੇ ਵੀ ਕਹਿੰਦੇ ਕਿਉਂ ਬਦਨਾਮੀ ਹੋਰ ਕਰਾਈਏ ਘਰ ਦੇ ਵਿੱਚ ਫੈਮਿਲੀ ਨੂੰ। ਇਹ ਜਿਹੜੇ ਸਾਰੇ ਹੈਗੇ ਐਂਗਲਸ ਤੇ ਇਹ ਸਾਰੇ ਤਾਂ ਹੀ ਹਟ ਸਕਦਾ ਜੇ ਆਪਾਂ ਟਾਈਮ ਬਾਉਂਡ ਜਿਹੜਾ ਹੈਗਾ ਟ੍ਰੈਕ ਕਰੀਏ, ਫਿਕਸ ਕਰੀਏ। ਜੇ ਉਹ ਹੋ ਜਾਂਦਾ ਹੈਗਾ ਤੇ ਮੈਂ ਸਮਝਦਾ ਕਿ ਕਾਫੀ ਜ਼ਿਆਦਾ ਫਰਕ ਪੈ ਸਕਦਾ, ਬਹੁਤ ਫਰਕ ਪਏਗਾ। ਠੀਕ ਹੈ। ਡਾਕਟਰ ਉਪਨੀਤ ਲਾਲੀ ਜੀ, ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਕੋਈ ਕੈਟੇਗਰੀ ਨਹੀਂ ਹੈਗੀ ਹੈ ਕਿ ਕਿੰਨੇ ਕੁ ਸਾਲ ਦੇ ਬੱਚਿਆਂ ਦੇ ਨਾਲ ਅਜਿਹੀਆਂ ਘਟਨਾਵਾਂ ਹੋ ਰਹੀਆਂ, ਲਗਾਤਾਰ ਛੋਟੇ ਤੋਂ ਲੈ ਕੇ ਵੱਡੇ ਬੱਚਿਆਂ ਤੱਕ ਸਾਰਿਆਂ ਦੇ ਨਾਲ ਅਜਿਹੀਆਂ ਘਟਨਾਵਾਂ ਹੋ ਰਹੀਆਂ। ਉਸੇ ਤਰ੍ਹਾਂ ਇਹ ਵੀ ਕੋਈ ਕੈਟੇਗਰੀ ਨਹੀਂ ਹੈ ਕਿ ਕਰ ਕੌਣ ਰਿਹਾ। ਇੱਕ ਬਜ਼ੁਰਗ ਵੀ ਕਰ ਰਹੇ ਨੇ ਕਿਉਂਕਿ ਬੜੇ ਸਾਰੇ ਮਾਮਲੇ ਸਾਡੇ ਕੋਲ ਆਏ ਨੇ, ਜਵਾਨ ਵੀ ਕਰ ਰਹੇ ਨੇ, ਬੱਚੇ ਤੱਕ ਕਰ ਰਹੇ ਨੇ, ਜਿਵੇਂ ਮੈਡਮ ਨੇ ਉਦਾਹਰਨ ਦਿੱਤੀ ਹੈ ਹਰਜਿੰਦਰ ਕੌਰ ਜੀ ਨੇ। ਸੋ ਅਜਿਹੇ ਦੇ ਵਿੱਚ ਇਹ ਮੈਂਟੈਲਿਟੀ ਸਮਝਣ ਦੀ ਜ਼ਰੂਰਤ ਹੈਗੀ ਹੈ ਕਿ ਕਿਸ ਤਰ੍ਹਾਂ ਦੀ ਇਹ ਮੈਂਟੈਲਿਟੀ ਹੈ ਜਿਹੜੀ ਦਿਨ ਬ ਦਿਨ ਵੱਧਦੀ ਜਾ ਰਹੀ ਹੈ। ਇਹਦੇ ਪਿੱਛੇ ਤੁਹਾਨੂੰ ਕੋਈ ਸਪੈਸੀਫਿਕ ਕਾਰਨ ਨਜ਼ਰ ਆਉਂਦਾ? ਬਿਲਕੁਲ ਸਹੀ ਤੁਸੀਂ ਫਰਮਾਇਆ। ਕਈ ਕੈਟਾਗਰੀਜ਼ ਨੇਗੀਆਂ। ਹੁਣ ਤੁਸੀਂ ਬਾਬਾ ਆਸਾਰਾਮ ਵੀ ਹੈਗਾ ਤੇ ਕਥੂਆ ਰੇਪ ਕੇਸ ਵੀ ਸੀ ਅਸੀਂ ਦੇਖਿਆ ਜਿੱਥੇ ਅਲੱਗ-ਅਲੱਗ ਲੋਕ ਨੇ ਬੱਚੀ ਨਾਲ ਰੇਪ ਕੀਤਾ। ਛੋਟੇ ਲੜਕੇ ਵੀ ਹੈ ਤੇ ਬਜ਼ੁਰਗ ਵੀ ਹੈ। ਇੱਕ ਸਮਾਜਿਕ ਇਸ਼ੂ ਵੀ ਹੈ, ਸਾਈਕੋਲੋਜੀਕਲ ਪ੍ਰੋਬਲਮ ਵੀ ਹੈ। ਐਂਡ ਆਈ ਥਿੰਕ ਇੱਕ ਹੋਰ ਗੱਲ ਹੋ ਗਈ ਹੈ ਕਿ ਬਹੁਤ ਜ਼ਿਆਦਾ ਅਵੇਲੇਬਿਲਿਟੀ ਆਫ ਚਾਈਲਡ ਪੋਰਨੋਗ੍ਰਾਫੀ ਵੀ ਅਸੀਂ ਦੇਖ ਰਹੇ ਹਾਂ। ਦੈਟ ਇਜ਼ ਲੀਡਿੰਗ ਟੂ ਇਨਕਰੀਜ਼ਿੰਗ ਜਿਹੜੇ ਅਸੀਂ ਕਹਿੰਦੇ ਵਾਇਲੈਂਸ ਬੱਚਿਆਂ ਨਾਲ ਜਿਹੜੀ ਹੋ ਰਹੀ ਹੈ, ਅਸੌਲਟ। ਇੱਕ ਸਮਾਜਿਕ ਬ੍ਰੇਕਡਾਊਨ ਵੀ ਹੈ। ਪਰਿਵਾਰ ਵਿੱਚ ਬੱਚਿਆਂ ਨਾਲ ਟਾਈਮ ਨਹੀਂ ਹੈ ਪੇਰੈਂਟਸ ਨੂੰ ਸਪੈਂਡ ਕਰਨ ਦਾ। ਨਹੀਂ ਤੇ ਉਹਨਾਂ ਨੂੰ ਪਤਾ ਚੱਲ ਜਾਂਦਾ ਕਿ ਕੁਝ ਚਲਦੀ ਆਬਜ਼ਰਵ ਕਰਨ ਪੇਰੈਂਟਸ ਕਿ ਹਾਂਜੀ ਬੱਚਾ ਕਿਸੇ ਤੋਂ ਵਿਡਰਾਅ ਕਰ ਰਿਹਾ ਹੈ ਜਾਂ ਕੋਈ ਹੋਰ ਚੀਜ਼ ਚੱਲ ਰਹੀ ਹੈ। ਸੋ ਜਿਹੜੀ ਮੈਂ ਕਹਿੰਦੀ ਹਾਂ ਕਿ ਕਮਿਊਨੀਕੇਸ਼ਨ ਬੱਚਿਆਂ ਦਾ ਤੇ ਪੇਰੈਂਟਸ ਦਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਤੇ ਦੂਜੀ ਗੱਲ ਇਹ ਵੀ ਹੈ ਕਿ ਜਦੋਂ ਤੁਸੀਂ ਇਹਨਾਂ ਨੂੰ ਸਜ਼ਾ ਅਸੀਂ ਕਰਕੇ ਜੇਲ੍ਹ ਵਿੱਚ ਭੇਜ ਰਹੇ ਹਾਂ, ਹੁਣ ਮੈਂ ਪ੍ਰਿਜ਼ਨਸ ਨਾਲ ਵੀ ਡੀਲ ਕਰਦੀ ਹਾਂ ਤੇ ਉਹਦੇ ਲਈ ਸਾਡੇ ਕੋਈ ਸੈਕਸ ਆਫੈਂਡਰ ਟ੍ਰੀਟਮੈਂਟ ਪ੍ਰੋਗਰਾਮਸ ਨਹੀਂ ਹੈ ਕਿ ਜਿਹਦੇ ਨਾਲ ਅਸੀਂ ਉਹਨਾਂ ਨੂੰ ਟ੍ਰੀਟ ਕਰ ਲਈਏ। ਤੇ ਇਕੱਲੇ ਸਜ਼ਾ ਨਾਲ ਹੀ ਨਹੀਂ, ਇਹ ਡੈਟਰੈਂਸ ਨਾਲ ਨਹੀਂ ਪ੍ਰੋਬਲਮ ਰੁਕੇਗੀ। ਇਹਦੇ ਨਾਲ ਮਲਟੀ ਪ੍ਰੋਨ ਸਟ੍ਰੈਟਜੀ ਜਿਵੇਂ ਪਹਿਲਾਂ ਵੀ ਕਿਹਾ ਗਿਆ ਹੈ ਉਹ ਚਾਹੀਦੀ ਹੈਗੀ ਹੈ। ਠੀਕ ਹੈ, ਮੈਂ ਵਾਪਸ ਤੁਹਾਡੇ ਕੋਲ ਆਉਂਦਾ। ਤੇ ਨਾਲ ਦੀ ਨਾਲ ਪ੍ਰੋਸੈਸਸ ਵੀ ਨਹੀਂ ਹੈਗੇ। ਠੀਕ ਹੈ, ਮੈਂ ਵਾਪਸ ਆਣਾ। ਹਰਜਿੰਦਰ ਕੌਰ ਜੀ, ਇੱਕ ਗੱਲ ਜਿਹੜੀ ਇਸ ਪੂਰੇ ਫੈਕਟਰ ਦੇ ਵਿੱਚ ਨਜ਼ਰ ਆਉਂਦੀ ਹੈ, ਇੱਕੋ ਇੱਕ ਸਿੰਗਲ ਵਰਡ ਹੈ, ਬਦਨਾਮੀ। ਜਿਵੇਂ ਪ੍ਰੋਫੈਸਰ ਸਾਹਿਬ ਨੇ ਵੀ ਕਿਹਾ ਕਿ ਸਮਾਜ ਦੇ ਵਿੱਚ ਇਹ ਹੋ ਜਾਂਦੀ ਗੱਲ ਕਿ ਇਹਨਾਂ ਦੇ ਨਾਲ ਇਹ ਮਾੜੀ ਘਟਨਾ ਹੋਈ ਹੈ ਤਾਂ ਸ਼ਾਇਦ ਅੱਗੇ ਜਾ ਕੇ ਇਹਨਾਂ ਦੇ ਕੁਝ ਹੋਰ ਨਤੀਜੇ ਨਿਕਲ ਕੇ ਆ ਸਕਦੇ ਨੇ ਸਾਹਮਣੇ। ਇਸੇ ਕਰਕੇ ਕਈ ਕੇਸਿਸ ਦਬ ਕੇ ਹੀ ਰਹਿ ਜਾਂਦੇ ਨੇ, ਉਹ ਬਾਹਰ ਹੀ ਨਹੀਂ ਨਿਕਲ ਪਾਉਂਦੇ। ਉਸ ਸਿਚੁਏਸ਼ਨ ਦੇ ਵਿੱਚ ਉਹ ਪਰਿਵਾਰ ਕੀ ਕਰ ਸਕਦਾ? ਉਹ ਪਰਿਵਾਰ ਹਮੇਸ਼ਾ ਪਹਿਲਾਂ ਬਦਨਾਮੀ ਵੱਲ ਨੂੰ ਦੇਖਦਾ ਹੀ ਦੇਖਦਾ। ਹਰਪ੍ਰੀਤ ਜੀ, ਇਸ ਮਾਮਲੇ ਵਿੱਚ ਸਾਨੂੰ ਸਭ ਨੂੰ ਦੱਸਣ ਦੀ ਲੋੜ ਹੈ ਕਿ ਇਹ ਪੌਕਸੋ ਐਕਟ ਜਿਹੜਾ ਹੈਗਾ ਉਹ ਬੜਾ ਹੀ ਫੂਲ ਪ੍ਰੂਫ ਹੈ। ਮਤਲਬ ਸਭ ਤੋਂ ਪਹਿਲੀ ਇਹਦੇ ਵਿੱਚ ਜਿਹੜੀ ਸੈਂਸਿਟਿਵ ਗੱਲ ਹੈ ਉਹ ਹੈਗੀ ਹੈ ਕਿ ਤੁਸੀਂ ਵਿਕਟਮ ਦੀ ਆਇਡੈਂਟੀਟੀ ਡਿਸਕਲੋਜ਼ ਨਹੀਂ ਕਰਨੀ। ਉਹ ਕਿਸੇ ਵੀ ਲੈਵਲ ਤੇ ਕੋਈ ਵੀ ਨਹੀਂ ਡਿਸਕਲੋਜ਼ ਕਰ ਸਕਦਾ। ਉਹ ਬਹੁਤ ਆਪਣੇ ਆਪ 'ਚ ਬਹੁਤ ਵੱਡਾ ਆਫੈਂਸ ਹੈਗਾ ਔਰ ਮੈਨੂੰ ਲੱਗਦਾ ਹੈ ਬਹੁਤ ਵੱਡਾ ਰਿਲੀਫ ਹੈ। ਸਾਨੂੰ ਸਾਰਿਆਂ ਨੂੰ ਇਹ ਸਮਝਣ ਦੀ ਲੋੜ ਹੈ। ਦੂਸਰਾ, ਤੁਸੀਂ ਹੁਣੇ ਗੱਲ ਕੀਤੀ ਸੀ ਚਾਈਲਡ ਫ੍ਰੈਂਡਲੀ ਕੋਰਟਸ ਤਾਂ ਬਣ ਗਈਆਂ ਔਰ ਉਹਦੇ ਵਿੱਚ ਚਿਲਡਰਨ ਰਿਲੇਟਡ ਇਸ਼ੂਜ਼ ਵੀ ਲਿਆ ਜਾਂਦਾ ਹੈ ਔਰ ਪੌਕਸੋ ਕੇਸਿਸ ਲਈ ਵੀ ਸਪੈਸ਼ਲੀ ਵਿਟਨੈਸ ਬਾਕਸ ਵੀ ਸੈਪਰੇਟ ਹੁੰਦਾ ਹੈ, ਅਕਿਊਜ਼ਡ ਤੋਂ ਸੈਪਰੇਟ ਰੱਖਿਆ ਜਾਂਦਾ। ਬਟ ਜਦੋਂ ਇਹ ਗੱਲ ਪੁਲਿਸ ਦੇ ਲੈਵਲ ਤੇ ਆਉਂਦੀ ਹੈ, ਥਲਵੇ ਲੈਵਲ ਤੇ ਆਉਂਦੀ ਹੈ, ਉਦੋਂ ਸੈਂਸਿਟਿਵਿਟੀ ਹਾਲੇ ਵੀ ਨਹੀਂ ਹੈ। ਅਸੀਂ ਇਹ ਇੱਕ ਯਤਨ ਸ਼ੁਰੂ ਕਰ ਰਹੇ ਹਾਂ, ਕੁਝ ਸਟੇਟਸ ਵਿੱਚ ਹੋਇਆ ਹੈ ਚਾਈਲਡ ਫ੍ਰੈਂਡਲੀ ਪੁਲਿਸ ਸਟੇਸ਼ਨਸ ਵੀ ਬਣਨ, ਹਰ ਪੁਲਿਸ ਸਟੇਸ਼ਨ ਵਿੱਚ ਚਾਈਲਡ ਫ੍ਰੈਂਡਲੀ ਕਾਰਨਰ ਹੋਵੇ। ਇਹ ਬੜੀ ਵੱਡੀ ਲੋੜ ਬਣ ਗਈ ਹੈ ਤਾਂ ਕਿ ਮਾਨਸਿਕਤਾ ਜਿਹੜੀ ਹੈ ਉੱਥੇ ਪਹੁੰਚੇ। ਹੁੰਦਾ ਕੀ ਹੈ ਕਿ ਜਦੋਂ ਕੋਈ ਰਿਪੋਰਟ ਹੁੰਦਾ ਹੈ ਕੇਸ, ਪੁਲਿਸ ਵਾਲੇ ਅਕਸਰ ਕੀ ਕਰਦੇ, ਇੱਕੋ ਗੱਡੀ ਵਿੱਚ ਉੱਥੇ ਵਿਕਟਮ ਹੈ ਉੱਥੇ ਅਕਿਊਜ਼ਡ ਹੈ। ਤੁਸੀਂ ਇਮੇਜਿਨ ਕਰ ਸਕਦੇ ਹੋ ਕਿ ਹਾਲਾਤ ਕੀ ਹੁੰਦੇ ਹੋਣਗੇ। ਇਹ ਸੈਂਸਿਟਿਵਿਟੀ ਜਿਹੜੀ ਹੈ ਨਾ, ਇਹ ਬਹੁਤ ਇੰਪੋਰਟੈਂਟ ਹੈ। ਪੈਰੈਂਟਸ ਦੇ ਲੈਵਲ ਤੇ ਪਹਿਲਾਂ ਤਾਂ ਸਾਨੂੰ ਇਸ ਗੱਲ ਨੂੰ ਬਹੁਤ ਵੱਡੇ ਲੈਵਲ ਤੇ ਸੈਂਸਿਟਾਈਜ਼ ਕਰਨ ਦੀ ਲੋੜ ਹੈ ਕਿ ਸ਼ਰਮਸਾਰ ਉਹ ਹੋਵੇ ਜਿਸਨੇ ਕ੍ਰਾਈਮ ਕੀਤਾ। ਵਿਕਟਮ ਕਿਉਂ ਹੋਵੇ? ਵਿਕਟਮ ਦੇ ਨਾਲ ਤੇ ਸਭ ਦੀ ਹਮਦਰਦੀ ਨਹੀਂ ਬਲਕਿ ਪੂਰਾ ਭਰੋਸਾ ਚਾਹੀਦਾ ਹੈ। ਸਾਰੇ ਸਮਾਜ ਨੂੰ ਉਸ ਬੱਚੇ ਦੇ ਨਾਲ ਖੜੇ ਹੋਣ ਦੀ ਲੋੜ ਹੈ ਔਰ ਇਹ ਸਾਨੂੰ ਸਭ ਨੂੰ ਆਪਣੀ ਮਾਨਸਿਕਤਾ ਨੂੰ ਜਗਾਉਣਾ ਪਏਗਾ। ਸਾਨੂੰ ਇਹੋ ਜਿਹੇ ਕੇਸਿਸ ਨੂੰ ਐਕਸੈਪਟ ਕਰਕੇ
ਇਹ ਵੀ ਸਾਨੂੰ ਐਗਜ਼ਾਮਪਲਸ ਕ੍ਰੀਏਟ ਕਰਨੀਆਂ ਪੈਣਗੀਆਂ। ਔਰ ਦੂਜੀ ਗੱਲ ਇਹ ਹੈਗੀ ਹੈ ਕਿ ਆਪਾਂ ਰੇਪ ਵਿਕਟਮ ਤੇ ਆ ਕੇ ਗੱਲ ਕਰਦੇ ਆ, ਆਪਾਂ ਛੋਟੇ ਨਹੀਂ ਜਿਹੜੇ ਕਿ ਬਹੁਤ ਸੀਰੀਅਸ ਹੈ ਸੈਕਸ਼ੂਅਲ ਅਸੌਲਟਸ ਜਿਹੜੇ ਹੈਗੇ ਆ, ਉਹਦੇ ਵਿੱਚ ਕਿਸੇ ਤਰ੍ਹਾਂ ਪੋਰਨੋਗ੍ਰਾਫੀ ਵੀ ਹੈ, ਉਹ ਵੀ ਆਪਣੇ ਆਪ ਬਹੁਤ ਵੱਡਾ ਕ੍ਰਾਈਮ ਹੈ। ਹਾਂ, ਕਿਸੇ ਨੂੰ ਕਿਸੇ ਤਰ੍ਹਾਂ ਟੱਚ ਕਰ ਲੈਣਾ ਉਹ ਵੀ ਆਪਣੇ ਆਪ ਬਹੁਤ ਵੱਡਾ ਕ੍ਰਾਈਮ ਹੈ, ਔਰ ਸਾਰਿਆਂ ਦੇ ਲਈ ਸਜ਼ਾ ਡਿਫਾਈਨਡ ਹੈਗੀ ਹੈ, ਪੂਰੀ ਤਰ੍ਹਾਂ ਡਿਫਾਈਨਡ ਹੈ। ਪਰ ਅਨਫੋਰਚੂਨੇਟਲੀ ਇਹਨੂੰ ਛੋਟੇ ਲੈਵਲ ਤੇ ਜਦੋਂ ਮਤਲਬ ਇਹ ਰਿਪੋਰਟ ਹੁੰਦਾ ਹੈ ਉਹਦੇ ਪੁਲਿਸ ਲੈਵਲ ਤੇ, ਜਿੱਦਾਂ ਉਹਨੇ ਨਾ ਡੀਜੀ ਸਾਹਿਬ ਨੇ ਦੱਸਿਆ ਕਿ ਉਹ ਤਾਂ ਜੀ ਕਹਿੰਦੇ ਕਿ ਨਿਪਟਾ ਲਓ ਇਹਨੂੰ ਆਪਣੇ ਆਪ। ਮਤਲਬ ਜਦ ਤੱਕ ਅਸੀਂ ਪ੍ਰਾਇੋਰਟੀ ਨਹੀਂ ਸਮਝਾਂਗੇ ਇਸ ਗੱਲ ਦੀ, ਤਦ ਤੱਕ ਇਹਦਾ ਹੱਲ ਹੋਣ ਵਾਲਾ ਨਹੀਂ ਹੈ। ਔਰ ਮੈਨੂੰ ਲੱਗਦਾ ਹੈ ਕਿ ਪੇਰੈਂਟਸ ਨੂੰ ਹੁਣ ਅੱਗੇ, ਪੇਰੈਂਟਸ ਸੋਸਾਇਟੀ ਨੂੰ ਅੱਗੇ ਆ ਕੇ ਸਾਨੂੰ ਇਸ ਗੱਲ ਨੂੰ ਐਕਸੈਪਟ ਕਰਨਾ ਪਏਗਾ ਕਿ ਇਹ ਇੱਕ ਜੰਗਲ ਰੂਲ ਵਾਲੀ ਗੱਲ ਹੈ, ਇਹ ਦਰਿੰਦਗੀ ਵਾਲਾ ਰੋਲ ਹੈ ਸਾਡਾ, ਔਰ ਮਨੁੱਖਤਾ ਨੂੰ ਸ਼ਰਮਸਾਰ ਹੋਣ ਵਾਲੀ ਗੱਲ ਹੈ। ਸਾਨੂੰ ਦੁਬਾਰਾ ਉੱਥੇ ਪਹੁੰਚਣਾ ਪਏਗਾ ਕਿ ਜੇ ਇੱਕ ਸੈਕਟਰ, ਜੇ ਇੱਕ ਸ਼ਹਿਰ ਵਿੱਚ ਇਹੋ ਜਿਹਾ ਕ੍ਰਾਈਮ ਹੁੰਦਾ ਹੈ ਤੇ ਅਸੀਂ ਸਾਰੇ ਰਲ ਕੇ ਸ਼ਰਮਸਾਰ ਆਵਾਜ਼ ਚੁੱਕਣੀ ਪਏਗੀ। ਉਹ ਇਸ ਤੋਂ ਘੱਟ ਦੀ ਗੱਲ ਨਹੀਂ ਬਣਨ ਵਾਲੀ ਹੁਣ, ਕਿਉਂਕਿ ਮਾਨਸਿਕਤਾ ਬਹੁਤ ਗਰੀਬ ਹੋ ਚੁੱਕੀ ਹੈ। ਇਹ ਬਿਮਾਰ ਮਾਨਸਿਕਤਾ ਹੈ, ਔਰ ਇਹ ਮਤਲਬ ਇਸ ਤੋਂ ਘਟੀਆ ਗੱਲ ਕੀ ਹੋ ਸਕਦੀ ਹੈ ਕਿ ਤੁਹਾਡਾ ਆਪਣੇ ਆਪ ਤੇ ਕੰਟਰੋਲ ਨਹੀਂ, ਇੱਕ ਬੱਚੇ ਨੂੰ ਦੇਖ ਕੇ ਤੁਹਾਡਾ ਜੇ ਤੁਸੀਂ ਆਪਣੇ ਇਮੋਸ਼ਨ ਨੂੰ ਕੰਟਰੋਲ ਨਹੀਂ ਕਰ ਸਕਦੇ ਹੋ ਤੇ ਇਸ ਤੋਂ ਵੱਡੀ ਦਰਿੰਦਗੀ ਕੀ ਹੈ। ਸਾਨੂੰ ਆਪਣੀਆਂ ਵੈਲਿਊਜ਼ ਨੂੰ ਦੁਬਾਰਾ ਸਟਰੈਂਥਨ ਕਰਨਾ ਪਊਗਾ, ਔਰ ਡੈਫੀਨੇਟਲੀ ਫਿਰ ਮੈਂ ਕਹੂੰਗੀ ਕਿ ਜਿੰਨੀ ਜਲਦੀ ਨਿਆਂ ਮਿਲੂਗਾ, ਮੈਂ ਬਿਲਕੁਲ ਕਹੂੰਗੀ ਕਿ ਕੋਰਟਸ ਪਹਿਲੇ ਨਾਲੋਂ ਜ਼ਿਆਦਾ ਸੈਂਸਿਟਿਵ ਨੇ। ਮੈਂ ਬਹੁਤ ਮਾਣ ਨਾਲ ਕਹੂੰਗੀ ਕਿ ਸੁਪਰੀਮ ਕੋਰਟ ਤੋਂ ਜਸਟਿਸ ਲੋਕੁਰ ਜਿਨ੍ਹਾਂ ਨੇ ਇੰਨਾ ਅਟੈਂਪਟ ਕੀਤਾ ਹੈ ਕਿ ਬੱਚਿਆਂ ਦੀਆਂ ਰਾਈਟਸ ਦੇ ਲਈ ਇੰਨਾ ਜ਼ਿਆਦਾ ਸੈਂਸਿਟਾਈਜ਼ ਕੀਤਾ ਕੋਰਟਸ ਨੂੰ ਵੀ, ਪਰ ਹਾਲੇ ਬਹੁਤ ਵੱਡੀ ਲੋੜ ਹੈ, ਹਾਲੇ ਅਸੀਂ ਬਹੁਤ ਪਿੱਛੇ ਆ, ਸਾਨੂੰ ਮੰਨਣਾ ਪਏਗਾ। ਠੀਕ ਹੈ। ਪ੍ਰੋਫੈਸਰ ਮਨਜੀਤ ਸਿੰਘ ਜੀ, ਜਿਵੇਂ ਇਹਨਾਂ ਨੇ ਕਿਹਾ ਕਿ ਪੁਲਿਸ ਤੱਕ ਜਦੋਂ ਮਸਲੇ ਪਹੁੰਚਦੇ ਨੇ ਤਾਂ ਉਹ ਉਸ ਤਰ੍ਹਾਂ ਦੇ ਨਾਲ ਸੈਂਸਿਟਿਵ ਤਰੀਕੇ ਨਾਲ ਨਹੀਂ ਰਹਿੰਦੇ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਜਗਰਾਓਂ ਦੇ ਵਿੱਚ ਗੈਂਗ ਰੇਪ ਹੋਇਆ ਸੀਗਾ, ਤੇ ਜਦੋਂ ਇੱਕ ਪ੍ਰੈਸ ਨੋਟ ਜਾਰੀ ਹੋਇਆ ਤੇ ਉਸ ਦੇ ਵਿੱਚ ਵਿਕਟਮ ਦਾ ਨਾਮ ਛਾਪ ਦਿੱਤਾ ਗਿਆ ਕਿ ਫਲਾਣੀ ਕੁੜੀ ਦੇ ਨਾਲ ਗੈਂਗ ਰੇਪ ਹੋਇਆ, ਤੇ ਜਦੋਂ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਇਹ ਆਇਡੈਂਟੀਟੀ ਕਿਵੇਂ ਤੁਸੀਂ ਸ਼ੋਅ ਕਰ ਸਕਦੇ ਹੋ, ਤਾਂ ਉਹਨਾਂ ਨੇ ਕਹਿੰਦੇ ਜੋ ਗਲਤੀ ਨਾਲ ਛਪ ਗਿਆ ਨਾਮ ਤੇ ਚਲਾ ਗਿਆ। ਮਤਲਬ ਇਸ ਤਰੀਕੇ ਦੇ ਨਾਲ ਉਹ ਗੰਭੀਰਤਾ ਦੇ ਨਾਲ ਅਜਿਹੇ ਮਸਲੇ ਲੈਂਦੇ ਨੇ, ਫਿਰ ਅਸੀਂ ਕੀ ਉਮੀਦ ਕਰਾਂਗੇ ਕਿ ਜਿਹੜੇ ਵਿਕਟਮ ਨੇ ਉਹ ਅੱਗੇ ਆਣਗੇ? ਬਿਲਕੁਲ ਠੀਕ ਹੈ। ਇਹਦੇ ਫਿਰ ਮੈਂ ਇਹੋ ਕਹੂੰਗਾ ਕਿ ਦੇਖੋ, ਜੇ ਆਪਾਂ ਇਸ ਨੂੰ ਕੁਝ ਸੁਧਾਰ ਕਰਨਾ, 4 ਜਿਹੜੀਆਂ ਏਜੰਸੀਆਂ ਉਹਨਾਂ ਨੂੰ ਧਿਆਨ ਦੇਣਾ ਪਊਗਾ। ਉਹਦੇ 'ਚ ਜਿਹੜੇ ਸਾਡੇ ਗਵਰਨੈਂਸ ਹੈਗੇ ਆ, ਰੂਲਿੰਗ ਲੀਡਸ, ਪੋਲੀਟੀਸ਼ੀਅਨਸ ਹੈਗੇ ਆ, ਪੁਲਿਸ ਹੈਗੀ ਹੈ, ਕੋਰਟ ਕਚਹਿਰੀਆਂ ਦਾ ਤਾਂ ਹੈ ਹੀ ਹੈ ਕਿ ਕੋਈ ਫਾਸਟ ਟਰੈਕ ਹੋਣਾ ਚਾਹੀਦਾ ਹੈ। ਦੇਖੋ, ਆਪਾਂ ਗਗੋਈ ਸਾਹਿਬ CJI ਚੀਫ ਜਸਟਿਸ ਆਫ ਇੰਡੀਆ, ਜਦੋਂ ਉਹਨਾਂ 'ਤੇ ਸੈਕਸ਼ੂਅਲ ਹਰਾਸਮੈਂਟ ਦਾ ਕੇਸ ਆਇਆ ਤੇ ਛੁੱਟੀ ਵਾਲੇ ਦਿਨ ਵੀ ਕੋਰਟ ਲਾ ਕੇ 15 ਦਿਨਾਂ 'ਚ ਫੈਸਲਾ ਕਰਕੇ ਆਪਣੇ ਆਪ ਨੂੰ ਬਰੀ ਕਰ ਲਿਆ। ਤੇ ਇਸ ਕਿਸਮ ਨਾਲ ਇਹ ਹੁੰਦਾ ਆ ਕਿ ਜਦੋਂ ਆਪਾਂ ਨੂੰ ਉਹਨਾਂ ਨੂੰ ਮਤਲਬ ਸਾਨੂੰ ਕੋਰਟਾਂ ਨੂੰ ਇਹ ਸਮਝਣਾ ਚਾਹੀਦਾ ਕਿ ਇਹ ਹਰ ਕੋਈ ਇੱਥੇ ਉਨਾ ਹੀ ਮਹਾਨ ਆ, ਕੋਈ ਕਾਨੂੰਨ ਦੇ ਸਾਹਮਣੇ ਸਾਰੇ ਬਰਾਬਰ ਆ, ਭਾਵੇਂ ਕੋਈ ਜੈਂਡਰ ਆ, ਭਾਵੇਂ ਬੱਚੇ ਨੂੰ ਤਾਂ ਸਗੋਂ ਜ਼ਿਆਦਾ ਦੇਣਾ ਚਾਹੀਦਾ। ਜਿਹੜਾ ਤਕੜਾ ਉਹ ਤੇ ਕੋਈ ਨਾ ਕੋਈ ਆਪਣੇ ਆਪ ਨੂੰ ਕਾਨੂੰਨ ਨੂੰ ਮੈਨੇਜ ਕਰ ਲਊਗਾ, ਜਿਹੜਾ ਕੋਈ ਸਹਾਰਾ ਨਹੀਂ ਉਹਦੇ ਲਈ ਉਹਦਾ ਹੋਰ ਵੀ ਜ਼ਿਆਦਾ ਕੋਰਟਾਂ ਨੂੰ, ਤੇ ਇਸ ਕਰਕੇ ਕੋਰਟਾਂ ਨੂੰ ਵੀ ਧਿਆਨ ਦੇਣਾ ਪਊਗਾ। ਪਰ ਦੋ ਜਿਹੜੀਆਂ ਏਜੰਸੀਆਂ ਹੋਰ ਹੈਗੀਆਂ ਆ ਕਿ ਇੱਕ ਸਾਈਕੋਲੋਜੀ ਜਾਨੀ ਡਾਕਟਰ ਜਾਂ ਰੀਹੈਬਿਲਿਟੇਸ਼ਨ, ਇਹੋ ਜਿਹੇ ਸਾਰਾ ਜਿਹੜਾ ਉਹਨਾਂ ਨੂੰ ਇਕੱਲਾ ਤੁਸੀਂ ਕਾਨੂੰਨਨ ਕਾਰਵਾਈ ਕਰਕੇ ਨਹੀਂ ਛੱਡ ਸਕਦੇ। ਰੈਸਟੀਟਿਊਸ਼ਨ ਜਿਹੜੀ ਹੈ ਨਾ, ਕਿਸੇ ਦਾ ਜਿਹੜਾ ਇੰਨਾ ਜ਼ਿਆਦਾ ਉਹਨੂੰ ਮੈਂਟਲ ਸ਼ੌਕ ਆ, ਫੈਮਿਲੀ ਨੂੰ ਸਮਝਾਉਣਾ, ਇਸ ਕਿਸਮ ਦਾ ਉਹ ਵੀ ਨਾਲੋਂ ਨਾਲ ਜਿਹੜਾ ਚਾਹੀਦਾ। ਤੇ ਚੌਥਾ ਜਿਹੜਾ ਲੋਕਾਂ ਨੂੰ ਵੱਡੇ ਪੱਧਰ ਤੇ ਇਨਵੋਲਵ ਕਰਨਾ, ਸਕੂਲਾਂ 'ਚ, ਕਾਲਜਾਂ ਦੇ ਵਿੱਚ ਜਿਸ ਲੈਵਲ ਤੇ ਬੱਚੇ ਹੈਗੇ ਆ, ਭਾਵੇਂ ਉਹ ਈਵਨ ਦੇਖੋ ਸੈਕਸ਼ੂਅਲ ਹਰਾਸਮੈਂਟ ਦੀਆਂ ਕਮੇਟੀਆਂ ਈਵਨ ਵਰਕ ਪਲੇਸਿਸ ਤੇ ਬਣੀਆਂ, ਬਹੁਤ ਕੁਝ ਹੈਗਾ ਆ। ਪਰ ਜਦ ਤੱਕ ਅਸੀਂ ਸਮਾਜ ਦਾ ਲੈਵਲ, ਕੌਂਸ਼ੀਅਸ ਲੈਵਲ, ਮੈਂ ਜਿਵੇਂ ਪਹਿਲਾਂ ਕਿਹਾ ਸੀ, ਪਹਿਲਾਂ ਤੇ ਇਹਨੂੰ ਮੰਨੀਏ ਕਿ ਇਹ ਪ੍ਰੋਬਲਮ ਹੈ। ਬਹੁਤ ਸਾਰੇ ਤੇ ਉਹਨੂੰ ਹਾਸ਼ ਰੱਖਦੇ ਆ, ਨਮੋਸ਼ੀ ਸਮਝਦੇ ਆ, ਕਰਨਾ ਨਹੀਂ ਚਾਹੁੰਦੇ, ਗੱਲ ਵੀ ਨਹੀਂ ਕਰਨਾ ਚਾਹੁੰਦੇ। ਕਿਉਂ ਨਹੀਂ ਗੱਲ ਕਰੋਗੇ ਵੀ? ਤੁਸੀਂ ਹਰ ਦੁਨੀਆ ਦੀ ਬਾਕੀ ਗੱਲਾਂ ਕਰਦੇ ਆ, ਤੁਸੀਂ ਹਰ ਚੀਜ਼ ਅੱਜ ਕੱਲ੍ਹ TV ਹੈ, ਸੋਸ਼ਲ ਮੀਡੀਆ, ਜੋ ਮਰਜ਼ੀ ਵੇਖਦੇ, ਮੂਟ ਪਲੀਤ ਸਾਰਾ ਕੁਝ ਕਰਦੇ ਤੁਸੀਂ। ਮਤਲਬ ਉਹਦੇ ਬਾਵਜੂਦ ਵੀ ਤੁਸੀਂ ਜਦੋਂ ਤੁਹਾਨੂੰ ਕੋਈ ਗੱਲ ਕਰਨੀ ਪੈਂਦੀ ਹੈ ਸਮਾਜ ਨੂੰ ਸੁਧਾਰਨ ਦੀ, ਤਾਂ ਉਦੋਂ ਤੁਸੀਂ ਥੋੜ੍ਹਾ ਜਿਹਾ ਇਸ ਤਰ੍ਹਾਂ ਕਰਦੇ ਕਿ ਨਾ ਇਹ ਨਹੀਂ ਗੱਲ ਕਰਨੀ। ਬਿਲਕੁਲ ਨਹੀਂ। ਤੁਸੀਂ ਜੋ ਤੁਹਾਡੀ ਪ੍ਰੋਬਲਮ ਹੈ ਉਹਨੂੰ ਖੁੱਲ੍ਹ ਕੇ ਗੱਲ ਕਰੋ, ਫੈਮਿਲੀ ਦੇ ਅੰਦਰ ਵੀ ਡਿਸਕਸ ਕਰਨ। ਬੱਚਿਆਂ ਦੀ ਜੇ ਕੋਈ ਪ੍ਰੋਬਲਮ ਹੈ, ਬੱਚੇ ਵੀ ਆਪਣੇ ਮਾਂ-ਬਾਪ ਨਾਲ ਕਰਨ, ਮਾਂ-ਬਾਪ ਵੀ ਉਹਨਾਂ ਨੂੰ ਇੰਝ ਨਾ ਲੈਣ ਕਿ ਇਹ ਕੀ ਹੋ ਗਿਆ, ਉਹਨਾਂ ਨੂੰ ਡਰਾਉਣ ਸਗੋਂ ਉਲਟਾ, ਬਿਲਕੁਲ ਉਹਨਾਂ ਨੂੰ ਸਿੰਪੈਥੈਟਿਕ ਲੈਣ ਕਿ ਉਹ ਇੱਕ ਵਿਕਟਮ ਹੈਗੇ ਆ, ਪੀੜਤ ਹੈਗੇ ਆ। ਇਸ ਕਰਕੇ ਕਿਉਂਕਿ ਜਿਹੜੇ ਛੋਟੇ ਬੱਚੇ, ਖਾਸ ਕਰ ਜਿਹੜੇ ਛੋਟੇ 10 ਸਾਲ ਤੋਂ ਛੋਟੇ ਬੱਚੇ, ਉਹ ਤੇ ਬਿਲਕੁਲ ਹੀ ਵਲਨਰੇਬਲ ਹੈਗੇ ਆ। ਉਹਨਾਂ ਨੂੰ ਮਤਲਬ ਅਜੇ ਉਹਨਾਂ ਨੇ ਪੂਰੀ ਦੁਨੀਆ ਦਾ ਕੀ ਪਤਾ ਉਹਨਾਂ ਨੂੰ। ਇਸ ਕਰਕੇ ਉਹਨਾਂ ਦਾ ਹੋਰ ਵੀ ਮਾਂ-ਬਾਪ ਸਭ ਤੋਂ ਪਹਿਲਾ ਸਹਾਰਾ, ਉਦੋਂ ਬਾਅਦ ਜਿਸ ਤਰ੍ਹਾਂ ਭਾਵੇਂ ਸਕੂਲਾਂ 'ਚ ਟੀਚਰ, ਹੋਰ ਸਾਰੇ। ਇਹ ਓਵਰਆਲ ਜਿਹੜਾ ਸਾਨੂੰ ਜਿਹੜਾ ਲੈਣਾ ਪਊਗਾ। ਜੇ ਤੁਸੀਂ ਕਹੋ ਕਿ ਕਾਨੂੰਨ ਨਾਲ ਜਾਂ ਉਹਨਾਂ ਨੂੰ ਫਾਂਸੀ ਲਾ ਕੇ, ਫਾਂਸੀਆਂ ਬਹੁਤੀਆਂ ਕੁਝ ਹੁੰਦੀਆਂ ਨਹੀਂ, ਜਿਵੇਂ DIG ਸਾਹਿਬ ਬਿਲਕੁਲ ਠੀਕ ਕਹਿ ਰਹੇ ਆ, ਰਾਦਰ ਇਹਦਾ ਇੱਕ ਉਲਟਾ ਇੰਪੈਕਟ ਵੀ ਹੋ ਸਕਦਾ ਕਈ ਵਾਰੀ ਕਿ
ਕਿਉਂਕਿ ਉਹਨੂੰ ਲੱਗਦਾ ਬੰਦੇ ਨੂੰ ਸਾਰੀ ਦੁਸ਼ਕਰਮ ਜਿਵੇਂ ਤੁਸੀਂ ਕਿਹਾ ਕਰਨ ਤੋਂ ਬਾਅਦ ਉਹਨੂੰ ਇਹ ਲੱਗਦਾ ਕਿ ਹੁਣ ਤੇ ਮੇਰੇ ਤੇ ਕੇਸ ਹੋ ਸਕਦਾ, ਮੇਰੀ ਫਾਂਸੀ ਹੋ ਸਕਦੀ, ਉਹ ਮਾਰ ਕੇ ਬੱਚੇ ਨੂੰ ਜਾਂ ਕਿਸੇ ਕਿਸਮ ਨੂੰ ਉਦੋਂ ਇਹਦੇ ਬਿਲਕੁਲ ਨਾਮੋ ਨਿਸ਼ਾਨ ਖਤਮ ਕਰਨ ਦੀ ਕੋਸ਼ਿਸ਼ ਕਰੂਗਾ, ਉਲਟਾ ਸਗੋਂ ਹੋਰ ਵੀ ਉਹਦਾ ਅਸਰ ਕਈ ਵਾਰੀ ਸਟਰੋਂਗ ਡੈਟਰੈਂਸ ਦਾ ਹੋ ਸਕਦਾ। ਮੇਰੇ ਕੋਲ ਸਮਾਂ ਘੱਟ ਹੈ। ਉਪਨੀਤ ਲਾਲੀ ਜੀ, ਇੱਕ ਆਖਰੀ ਸਵਾਲ ਫਿਰ ਆਪਾਂ ਵਾਈਂਡ ਅਪ ਕਰਾਂਗੇ। ਜਿਸ ਤਰ੍ਹਾਂ ਦੀ ਗੱਲ ਕੀਤੀ ਕਿ ਬੱਚੇ ਦਾ ਜੇ ਸਰੀਰਕ ਸ਼ੋਸ਼ਣ ਹੁੰਦਾ ਤਾਂ ਸਿਰਫ ਸਰੀਰਕ ਨਹੀਂ, ਉਹ ਮਾਨਸਿਕ ਤੌਰ ਤੇ ਵੀ ਝੰਜੋੜਿਆ ਜਾਂਦਾ, ਕਿਉਂਕਿ ਛੋਟਾ ਬੱਚਾ ਔਰ ਉਸ ਬੱਚੇ ਨੇ ਹਲੇ ਸਾਰੀ ਜ਼ਿੰਦਗੀ ਦੇਖਣੀ ਹੁੰਦੀ ਹੈ। ਪਰ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਪਹਿਲਾਂ ਵੀ ਤੇ ਬਾਅਦ ਦੀ, ਪਹਿਲਾਂ ਦੀ ਤਾਂ ਅਸੀਂ ਗੱਲ ਕਰ ਲਈ, ਪਰ ਬਾਅਦ ਦੇ ਵਿੱਚ ਜਿਹੜੀ ਵੱਡੀ ਕਾਉਂਸਲਿੰਗ ਦੀ ਜ਼ਰੂਰਤ ਹੁੰਦੀ ਹੈ ਉਹਦੀ ਘਾਟ ਹੈਗੀ ਹੈ। ਜੇ ਬੱਚੇ ਦੇ ਨਾਲ ਕੋਈ ਦੁਸ਼ਕਰਮ ਹੋ ਗਿਆ, ਕਾਨੂੰਨੀ ਤੌਰ ਤੇ ਜੋ ਲੜਾਈ ਚੱਲ ਰਹੀ ਹੈ ਉਹ ਚੱਲ ਰਹੀ ਹੈ, ਪੁਲਿਸ ਤੱਕ ਚੱਲ ਰਹੀ ਹੈ, ਪਰ ਉਸ ਬੱਚੇ ਦੀ ਮਾਨਸਿਕਤਾ ਨੂੰ ਠੀਕ ਕਰਨ ਵਾਸਤੇ ਜਿਹੜੀ ਕਾਉਂਸਲਿੰਗ ਦੀ ਜ਼ਰੂਰਤ ਹੈ ਉਹ ਕਿਤੇ ਨਾ ਕਿਤੇ ਦਿਖਦੀ ਨਜ਼ਰ ਨਹੀਂ ਆਉਂਦੀ। ਬਿਲਕੁਲ ਠੀਕ ਹੈ, ਬਹੁਤ ਜ਼ਿਆਦਾ ਲੋੜ ਹੈਗੀ ਹੈ ਕਿ ਜਿਹੜੇ ਵਿਕਟਮ ਹੈ ਬੱਚੇ ਜਿਹੜੇ, ਉਹਨਾਂ ਲਈ ਕਾਉਂਸਲਿੰਗ ਤੇ ਸਪੋਰਟ ਸਰਵਿਸਿਜ਼ ਔਰ ਰਾਈਟ ਅਪ ਟੂ ਦੀ ਐਂਡ ਹੋਣੀ ਚਾਹੀਦੀ ਹੈ। ਤੇ ਇਹ ਐਸਾ ਵੀ ਇੱਕ ਕ੍ਰਾਈਮ ਹੈਗਾ ਜਿਹਦਾ ਇੱਕ ਜਿਹੜਾ ਟ੍ਰਾਇਲ ਤੱਕ ਹੀ ਨਹੀਂ ਖਤਮ ਹੁੰਦਾਗਾ, ਇਹ ਬਾਅਦ ਤੱਕ ਵੀ ਇੰਪੈਕਟ ਰਹਿੰਦਾ ਬੱਚੇ ਦੇ ਉੱਤੇ। ਔਰ ਬਹੁਤ ਜ਼ਿਆਦਾ ਲੋੜ ਹੈਗੀ ਹੈ ਕਿ ਸਾਈਕੋਲੋਜਿਸਟ ਐਂਡ ਕਾਉਂਸਲਰਸ ਉਹ ਨਾਲ ਕੰਮ ਕਰਨ। ਔਰ ਸਪੋਰਟ ਪਰਸਨ ਦੀ ਮੈਂਸ਼ਨ ਕੀਤੀ ਗਈ ਹੈ ਸਪੋਕਸੋ ਐਕਟ ਵਿੱਚ ਜੀ, ਲੇਕਿਨ ਸਪੋਰਟ ਪਰਸਨਸ ਵੀ ਮੈਂ ਦੇਖਿਆ ਕਿ ਉਹ ਵੀ ਉਹੋ ਜਿਹੇ ਨਹੀਂ ਹੈਗੇ, ਕਈ ਥਾਂ ਤੇ ਪਤਾ ਵੀ ਨਹੀਂ ਉਹਨਾਂ ਦਾ ਕਿ ਸਪੋਰਟ ਪਰਸਨਸ ਕੌਣ ਨੇ। ਤੇ ਬੱਚੇ ਨੂੰ ਇੰਟਰਵਿਊ ਟਾਈਮ ਕਰਨ ਤੇ ਵੀ ਕਾਉਂਸਲਿੰਗ ਦੀ ਜ਼ਰੂਰਤ ਹੈ ਟੂ ਪ੍ਰਿਪੇਅਰ ਦ ਚਾਈਲਡ, ਐਂਡ ਬਾਅਦ ਵਿੱਚ ਵੀ, ਕਿਉਂਕਿ ਬੱਚੇ psychological impact, behavioral symptoms, सारे कुछ है, and it's a post-traumatic after the rape also, sexual assault. The child, बच्चे ਦੀ personality ਤੇ ਬਹੁਤ ਕੋਈ ਗਹਿਰਾ ਅਸਰ ਪੈਂਦਾ ਹੈਗਾ। ਬਿਲਕੁਲ। ਤੇ ਕਾਨੂੰਨ ਵਿੱਚ ਅਸੀਂ victims ਦੀ needs ਦੇ ਉੱਤੇ ਨਹੀਂ ਫੋਕਸ ਕੀਤਾ, except for mentioning certain child friendly procedures, ਬਾਕੀ and a little compensation ਦੀ ਅਸੀਂ ਗੱਲ ਕਰ ਲਈ ਹੈ, ਬਾਕੀ ਚੀਜ਼ਾਂ ਦੇ ਉੱਤੇ ਵੀ ਲੋੜ ਹੈਗੀ ਹੈ ਗੌਰ ਕਰਨ ਦੀ। ਚਲੋ ਅਸੀਂ ਆਸ ਤੇ ਉਮੀਦ ਕਰਦੇ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਫਿਰ ਮੈਂ ਬਿਲਕੁਲ ਕਹਿਣਾ ਚਾਹਾਂਗੀ ਕਿ ਕਾਨੂੰਨ ਬਣਨ ਦਾ ਕੋਈ ਫਾਇਦਾ ਨਹੀਂ ਹੋਵੇਗਾ, ਜਿਵੇਂ ਕਿ ਨਿਰਭਇਆ ਫੰਡ ਕ੍ਰੀਏਟ ਕੀਤਾ ਸੀ ਉਸ ਵੇਲੇ, ਪਰ ਅੱਜ ਪੁੱਛੋ ਸਾਰੀਆਂ ਸਟੇਟ ਵਿੱਚ ਉਹਦੀ ਇੰਪਲੀਮੈਂਟੇਸ਼ਨ ਕਿੱਥੇ ਹੈ? ਰੀਹੈਬਿਲਿਟੇਸ਼ਨ 100% ਓਨਰਸ਼ਿਪ ਆਫ ਦਾ ਵਿਕਟਮ ਫਰਮ ਡੇ 1 ਜਿਹੜੀ ਹੈ ਸਟੇਟ ਦੀ ਰਿਸਪੌਂਸਿਬਿਲਿਟੀ ਹੋਣੀ ਚਾਹੀਦੀ ਹੈ, ਔਰ ਜਦ ਤੱਕ ਅਸੀਂ ਸਟ੍ਰਿਕਟ ਇੰਪਲੀਮੈਂਟੇਸ਼ਨ ਨਹੀਂ ਕਰਾਂਗੇ ਤਦ ਤੱਕ ਕਿਸੇ ਕਾਨੂੰਨ ਦਾ ਕੋਈ ਫਾਇਦਾ ਨਹੀਂ ਹੋ ਸਕਦਾ, ਕੋਈ ਫਾਇਦਾ ਨਹੀਂ ਹੋਣਾ। ਚਲੋ ਇਸ ਆਸ ਤੇ ਉਮੀਦ ਦੇ ਨਾਲ ਇਸ ਪ੍ਰੋਗਰਾਮ ਨੂੰ ਖਤਮ ਕਰਦੇ ਹਾਂ ਕਿ ਸਮਾਜ ਦੇ ਪ੍ਰਤੀ ਚੇਤਨ ਹੋਣਾ ਬੜਾ ਜ਼ਰੂਰੀ ਹੈ। ਕਿ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਜਦੋਂ ਕਿਸੇ ਹੋਰ ਦੇ ਘਰ ਦੇ ਵਿੱਚ ਕੋਈ ਅਜਿਹੀ ਮੰਦਭਾਗੀ ਘਟਨਾ ਵਾਪਰ ਜਾਂਦੀ ਹੈ ਤਾਂ ਅਸੀਂ ਬੜੇ ਜ਼ੋਰਾਂ ਸ਼ੋਰਾਂ ਦੇ ਨਾਲ ਨਾਰੇ ਲਾਉਂਦੇ ਹਾਂ ਕਿ ਇਨਸਾਫ ਹੋਣਾ ਚਾਹੀਦਾ ਹੈ। ਜੇ ਖੁਦਾ ਨਾ ਖਾਸਤਾ ਜੇ ਸਾਡੇ ਹੀ ਘਰ ਜਾਂ ਰਿਸ਼ਤੇਦਾਰ ਦੇ ਵਿੱਚ ਹੋ ਜੇ ਤਾਂ ਮਸਲਾ ਦਬਾ ਕੇ ਨਹੀਂ ਰੱਖਣਾ ਚਾਹੀਦਾ, ਆਵਾਜ਼ ਚੁੱਕਣੀ ਚਾਹੀਦੀ ਹੈ, ਔਰ ਇਸੇ ਲਈ ਸਮਾਜ ਚੇਤਨ ਹੋਏਗਾ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।